तू मेरा गुरहाई। सुन मिता जियो हमारा बल बल जासी। हर दर्शन देह दिखाई। सुनी अरदास स्वामी मेरा सर्ब कला बन आई। प्रगट भई सगले जुग अंतर। गुर नानक की वड्याई। सतनाम वाहिगुरु साहिब जीओ। सोरठ महला पंजवा। जिन्ना बात को बहुत अंदेसरो ते मिटे सब गया। सहज सैन अर सुख मन नारी ऊद कमल बिगसया। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਪਰਦੇ ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਸੰਗਤਾਂ ਤੋਂ ਖਿਮਾ ਦੇ ਜਾਚਕ ਹਾਂ। ਅੱਜ ਥੋੜ੍ਹਾ ਸਮਾਂ ਆਪ ਸੰਗਤਾਂ ਨੂੰ ਉਡੀਕਣਾ ਪਿਆ, ਸੋ ਸਤਿਗੁਰ ਜੀ ਮਿਹਰ ਕਰਨ ਆਪ ਜਿੰਨੇ ਗੁਰੂ ਦਰਬਾਰ 'ਚ ਮੌਜੂਦ ਹੋ, ਅਸੀਸ ਬਖਸ਼ੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੋਰਠ ਰਾਗ ਦੇ ਵਿੱਚ ਜਿਹੜੀ ਬਾਣੀ ਸਹਿਜ ਪਾਠ ਲੜੀਵਾਰ ਵਿਚਾਰ ਅਧੀਨ ਜਿਹੜਾ ਇਹ ਨੇਮ ਨਿਭਾ ਰਹੇ ਹਾਂ, ਉਸ ਅਧੀਨ ਅੱਜ ਦੇ ਵਿਚਾਰ ਆਰੰਭੀਏ। ਅਸੀਸ ਬਖਸ਼ੋ, ਕੋਈ ਵੀ ਰਸਨਾ ਵਿਰਵੀ ਨਾ ਰਹੀ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਅਸੀਂ ਇੱਕ ਸ਼ਬਦ ਵਿਚਾਰਿਆ ਸੀ, ਜਿਸ ਤੁਕ ਨੂੰ ਅਸੀਂ ਕਿਹਾ ਸੀ ਕਿ ਇਸ ਦੁਨੀਆ ਦੀਆਂ ਹਜ਼ਾਰਾਂ ਕਿਤਾਬਾਂ ਜਿਹੜੀ ਡਿਪਰੈਸ਼ਨ ਅਤੇ ਚਿੰਤਾ 'ਤੇ ਲਿਖੀਆਂ ਹੋਈਆਂ ਨੇ, ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇੱਕ ਤੁਕ ਤੋਂ ਬਲਹਾਰ ਨੇ, ਕੁਰਬਾਨ ਨੇ। ਸੋਗ ਨਾ ਵਿਆਪੈ ਆਪ ਨਾ ਥਾਪੈ, ਸਾਧ ਸੰਗ ਇਹ ਬੁੱਧ ਪਾਈ। ਕਿ ਜਿੰਨਾ ਚਿਰ ਤੱਕ ਮੈਂ ਹੈ, ਮੇਰੀ ਹੈ, ਕਾਰਜ ਮੇਰਾ ਹੈ, ਮੇਰੇ ਤੱਕ ਸੀਮਤ ਹੈ, ਉਨੇ ਚਿਰ ਤੱਕ ਸੋਗ ਹੈ। ਸੋਗ ਮਤਲਬ ਚਿੰਤਾ। ਪਰ ਆਪ ਨਾ ਥਾਪੈ, ਜਬ ਆਪਣੇ ਆਪ ਨੂੰ ਥਾਪਣਾ, ਆਪਣੇ ਆਪ ਨੂੰ ਗਾਂਹ ਅੱਗੇ ਕਰਨਾ ਕਿ ਇਹ ਕਾਰਜ ਮੇਰਾ ਹੈ, ਅਤੇ ਉਨਾ ਚਿਰ ਤੱਕ ਚਿੰਤਾ ਹੈ। ਜਿਸ ਪਲ ਆਪ ਨਾ ਥਾਪੈ ਭਾਵ ਮੈਂ ਮਨਫੀ ਹੋ ਗਿਆ, ਸਤਿਗੁਰ ਜੀ ਕਹਿੰਦੇ ਚਿੰਤਾ ਸਾਰੀ ਖਤਮ ਹੋ ਜਾਏਗੀ। ਉਸੀ ਵਿਸ਼ੇ ਦੇ ਅੱਜ ਸ਼ਬਦ ਨੇ ਜੀ। ਇਹ ਸ਼ਬਦ ਦਾ ਵਿਸ਼ਾ ਸੋਰਠ ਮਹੱਲਾ ਪੰਜਵਾਂ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ, ਜਿਨ੍ਹਾਂ ਗੱਲਾਂ ਦੀ ਮੈਂ ਬਹੁਤ ਚਿੰਤਾ ਕਰੀ ਬੈਠਾ ਸੀ ਨਾ, ਬਹੁਤ ਚਿੰਤਾ। ਹਾਏ ਉਹਦਾ ਕੀ ਬਣੇਗਾ, ਉਹ ਕਿਵੇਂ ਹੋਏਗਾ, ਇਹ ਕਾਰਜ ਕਿਵੇਂ ਸਿੱਧ ਹੋਏਗਾ, ਕਿਵੇਂ ਹੋਏਗਾ ਆਉਣ ਵਾਲੇ ਸਮੇਂ 'ਚ ਇਸ ਕਾਰਜ ਦਾ। ਬਹੁਤ ਮਨ ਚਿੰਤਿਤ ਰਹਿੰਦਾ ਸੀ, ਬਹੁਤ ਮਨ ਹਰ ਥਾਂ 'ਤੇ। ਇੱਥੋਂ ਤੱਕ ਕਿ ਜਦ ਅੰਦਰ ਚਿੰਤਾ ਹੋਈ ਅਤੇ ਖਾਣ ਪੀਣ ਲੱਗਿਆਂ ਵੀ ਉਹ ਫੁਰਨਾ ਅੰਦਰ ਕੰਡੇ ਦੀ ਤਰ੍ਹਾਂ ਚੁਭਦਾ। ਕੋਈ ਪਿਆਰ ਵਾਲਾ ਮਿਲੇ ਤਾਂ ਵੀ ਸੋਗ ਹੀ ਬਣਿਆ ਰਹਿੰਦਾ। ਹਰ ਤਰ੍ਹਾਂ ਦੀ ਖੁਸ਼ੀ ਦੇ ਵਿੱਚ ਉਹ ਅੰਦੇਸਰੋ, ਉਹ ਦੁੱਖ ਬਣਿਆ ਰਹਿੰਦਾ। ਪਰ ਮਹਾਰਾਜ ਜੀ ਕਹਿੰਦੇ ਜਿਸ ਦਿਨ ਮੈਂ ਆਪਣਾ ਆਪ ਮੈਂ ਪਰਾਂ ਕਰਤੀ ਕਿ ਸਤਿਗੁਰ ਜੀ ਇਹ ਕਾਰਜ ਤੁਹਾਡੇ ਨੇ, ਇਹ ਤੁਸੀਂ ਕਰਾਉਣ ਵਾਲੇ ਹੋ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਸਭ ਕੁਛ ਤੁਹਾਡਾ ਹੀ ਹੈ। ਹੁਣ ਇਹ ਕਾਰਜ ਤੁਹਾਡਾ ਹੈ ਅਤੇ ਤੁਸੀਂ ਕਰਨਾ ਹੈ। ਉਸ ਵੇਲੇ ਪਾਤਸ਼ਾਹ ਜੀ ਕਹਿੰਦੇ ਉਹ ਅੰਦੇਸਰੋ ਭਾਵ ਦੁੱਖ ਚਿੰਤਾ ਮਿਟ ਗਈ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ, ਸਭ ਖਤਮ ਹੋ ਗਏ, ਚਿੰਤਾ ਖਤਮ ਹੋ ਗਈ। ਸਹਿਜ ਸੈਨ ਅਰ ਸੁਖਮਨ ਨਾਰੀ ਊਦ ਕਮਲ ਬਿਗਸਇਆ। ਪ੍ਰੋਫੈਸਰ ਸਾਹਿਬ ਸਿੰਘ ਨੇ ਦੇ ਅਰਥ ਕੀਤੇ ਨੇ। ਸੈਨ ਦਾ ਮਤਲਬ ਲੀਨ ਹੋ ਜਾਣਾ, ਸਹਿਜਤਾ ਦੇ ਵਿੱਚ ਮਨ ਲੀਨ ਹੋ ਜਾਂਦਾ ਹੈ। ਔਰ ਸੁਖ ਮਨ, ਸੁਖ ਦੇਣ ਵਾਲੀ ਨਾਰੀ ਕਹਿੰਦੇ ਹੈ ਇੰਦਰੀਆਂ, ਜਿਹੜੀਆਂ ਇੰਦਰੀਆਂ ਦੁੱਖ ਦਿੰਦੀਆਂ ਸੀ ਉਹ ਸੁੱਖ ਦੇਣ ਲੱਗ ਗਈਆਂ। ਊਦ ਕਮਲ ਬਿਗਸਇਆ, ਜਿਹੜਾ ਮਨ ਦਾ ਕਮਲ ਪੁੱਠਾ ਸੀ ਉਹ ਸਿੱਧਾ ਹੋ ਗਿਆ। ਪਰ ਅਸਲ ਦੇ ਵਿੱਚ ਇਹਦੇ ਇਹ ਅਰਥ ਨਹੀਂ ਬਣਦੇ। ਇਹ ਅਰਥ ਨੇ ਜੀ ਯੋਗ ਸਾਧਨਾ ਦੇ। ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੈ ਇੱਕ ਠਾਏ,
बेणी संगम ते पिराग मन मंजन करह तिथाएं संतोह ऊहा निरंजन राम है। ਇਹ ਸਿੱਧ ਗੋਸ਼ਟ ਬਾਣੀ ਦੀ ਜਦ ਤੁਸੀਂ 48ਵੀਂ 47ਵੀਂ ਤੋਂ ਬਾਅਦ ਜਿਹੜੀ ਪੌੜੀ ਪੜ੍ਹੋਗੇ ਨਾ, 48, 39 ਤੇ 50, ਇਹ ਗੁਰੂ ਸਾਹਿਬ ਜੀ ਨੇ ਇਹਨੂੰ ਹੀ ਬਿਆਨ ਕੀਤਾ ਹੋਇਆ। ਉਹਨਾਂ ਨੇ ਪ੍ਰਸ਼ਨ ਕੀਤਾ ਕਿ ਚੰਦਰਮਾ ਸੱਸ ਕੇ ਘਰ ਸੂਰਜ ਕਿਵੇਂ ਵਸ ਜਾਏ। ਇਹ ਚੰਦਰਮਾ ਹੈ ਜੀ, ਈੜਾ ਵਾਲਾ ਪਾਸਾ ਖੱਬਾ, ਤੇ ਇਹਨੂੰ ਕਹਿੰਦੇ ਪਿੰਗਲਾ, ਤੇ ਵਿਚਕਾਰ ਜਿੱਥੇ ਜੋਗੀ ਲੋਕ ਐਨ ਸਵਾਸ ਨੂੰ ਟਿਕਾ ਲੈਂਦੇ ਉਹਨੂੰ ਕਹਿੰਦੇ ਸੁਖਮਨਾ। ਇਹ ਹੈ ਜੋਗ ਮਤ, ਪਰ ਇਹ ਗੁਰਮਤ ਨਹੀਂ ਹੈ। ਜੋਗ ਮਤ ਦਾ ਉੱਤਰ ਗੁਰੂ ਸਾਹਿਬ ਨੇ ਸਿੱਧ ਗੋਸ਼ਟ 'ਚ ਗੁਰਮਤ ਵਿੱਚ ਦਿੱਤਾ। ਇਹ ਬੜਾ ਪੈਰਾਡੌਕਸੀਕਲ, ਇਹ ਕਰੋੜਾਂ ਵਾਟ ਦੀ ਕਰੰਟ ਹੀ ਆਪਣੇ ਆਪ 'ਚ ਗਿਆਨ ਵਾਲੀ ਬਿਰਤੀ ਕਿ ਜੋਗੀ ਸਵਾਲ ਜੋਗੀਆਂ ਦਾ ਤੇ ਉੱਤਰ ਗੁਰਮਤ ਵਿੱਚੋਂ। ਹੁਣ ਇਹਦਾ ਮਤਲਬ ਕੀ ਹੈ ਜੀ? ਈੜਾ ਦਾ ਜਿੰਨਾ ਚਿਰ ਤੱਕ ਅਸੀਂ ਸ਼ਾਂਤ ਬੈਠਦੇ ਹਾਂ, ਬਿਲਕੁਲ ਟਿਕਾ 'ਚ ਬੈਠਦੇ ਹਾਂ, ਜਦ ਸਾਡੇ ਮਨ 'ਚ ਇਕਾਗਰ ਚਿਤ ਹੁੰਦਾ, ਜਾਂ ਇਸ ਤਰ੍ਹਾਂ ਕਰ ਲਈਏ ਕਿ ਅਸੀਂ ਬੰਦਗੀ ਵਾਲੇ ਸਮੇਂ 'ਚ, ਅਤੇ ਉਸ ਵੇਲੇ ਧਿਆਨ ਤੁਸੀਂ ਦਿਓ ਸਾਡੀ ਖੱਬੀ ਨਲੀ ਸਾਹ ਦੀ ਚੱਲ ਰਹੀ ਹੁੰਦੀ ਹੈ। ਇਹਨੂੰ ਚੰਦਰਮਾ ਆਖਿਆ। ਔਰ ਜਿਸ ਵੇਲੇ ਸਾਡਾ ਤਾਂ ਠਾਂ ਹੋਇਆ ਹੁੰਦਾ ਕੰਮ, ਭਾਵੇਂ ਅਸੀਂ ਕ੍ਰੋਧਿਤ ਹੋਏ ਹੁੰਦੇ ਹਾਂ ਜਾਂ ਵਿਕਾਰੀ ਬਿਰਤੀਆਂ, ਉਸ ਵੇਲੇ ਸਾਡਾ ਸੱਜਾ ਪਾਸਾ ਚੱਲ ਪੈਂਦਾ। ਇਹਦੇ ਵਾਸਤੇ ਯੋਗ ਸਾਧਨਾ ਦੇ ਵਿੱਚ ਲੋਮ ਵਿਲੋਮ ਦਾ ਇੱਕ ਯੋਗ ਹੈ ਕਿ ਖੱਬੇ ਤੋਂ ਖਿੱਚ ਕੇ ਸੱਜੇ ਤੋਂ ਛੱਡਣੀ, ਸੱਜੇ ਤੋਂ ਫਿਰ ਖਿੱਚ ਕੇ ਖੱਬੇ ਤੋਂ ਛੱਡਣੀ। ਮਹਾਰਾਜ ਜੀ ਕਹਿੰਦੇ ਜਿੰਨਾ ਮਰਜ਼ੀ ਭਾਈ ਤਨ ਨੂੰ ਸਾਧ ਲਓ, ਕਿੰਨੇ ਦੇਰ ਵਾਸਤੇ, 2 ਮਿੰਟ ਵਾਸਤੇ ਬੈਲੈਂਸ ਕਰ ਲੋਗੇ, ਮੁੜ ਕੇ ਕੋਈ ਵਿਕਾਰੀ ਗੱਲ ਸੁਣੀ, ਕੋਈ ਵਿਕਾਰ ਅੰਦਰ ਗਿਆ, ਕਹਿੰਦੇ ਫਿਰ ਉਹ ਜਾ। ਸਾਧਨਾ ਤੇ ਮਨ ਨੂੰ ਹੈ, ਸਰੀਰ ਦੀ ਸਾਧਨਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਮੈਂ ਸਹਿਜ ਸਾਧਨਾ ਤੁਹਾਨੂੰ ਦੇ ਕੇ ਜਾਣਾ, ਜਿਸ ਸਾਧਨਾ ਦੇ ਵਿੱਚ ਜੋਗੀ ਇੰਨਾ ਯਤਨ ਕਰਕੇ ਸਾਹ ਤਾਂ ਇੱਥੇ ਟਿਕਾ ਕੇ ਸੁਖਮਨ ਨਾੜੀ, ਜਿਹਨੂੰ ਦਸਮ ਦੁਆਰ ਕਹਿੰਦੇ, ਉੱਥੇ ਤੱਕ ਪਹੁੰਚਦੇ ਆ। ਸਤਿਗੁਰੂ ਜੀ ਕਹਿੰਦੇ ਗੁਰੂ ਕੀ ਸੰਗਤ 'ਚ ਕਈ ਐਸੇ ਬੈਠੇ ਹੋਣਗੇ ਜਿਨ੍ਹਾਂ ਦੀ ਅਵਸਥਾ ਸੁਖਮਨ ਵਾਲੀ ਹੈ, ਔਰ ਸੱਚਾਈ ਹੈ ਕਿ ਸੰਗਤ 'ਚ ਵੀ ਨਹੀਂ ਪਤਾ ਹੁੰਦਾ। ਇਹਨੂੰ ਹੀ ਸਹਿਜ ਕਿਹਾ ਕਿ ਜਿਹੜਾ ਪਤਾ ਹੋਏ, ਹੋ ਕੇ ਵੀ ਅਭੁੱਲ ਹੋਏ ਕਿ ਪਤਾ ਹੀ ਨਹੀਂ, ਕਿ ਕਿਉਂਕਿ ਉਹ ਗੁਰੂ ਦੀ ਕਲਾ ਹੈ। ਇਹਦੇ ਅਰਥ ਇਹ ਬਣਨਗੇ ਜੀ, ਸਹਿਜ ਸੈਨ, ਮਨ ਇੰਨਾ ਲੀਨ ਹੋ ਜਾਏ ਬਾਣੀ 'ਚ ਕਿ ਬਿਲਕੁਲ ਆਸੇ ਪਾਸੇ ਦਾ ਚਿੰਤਨ ਨਾ ਰਹੇ। ਅਰ ਸੁਖਮਨ ਨਾਰੀ, ਔਰ ਜਿਸ ਨਾੜੀ ਵਿੱਚੋਂ ਜੋਗੀ ਸਵਾਸ ਲੰਘਾਉਂਦੇ ਨੇ ਤੇ ਸਹਿਜ ਸੁਭਾਏ ਗੁਰੂ ਕੇ ਸਿੱਖ ਦੇ ਯਤਨ, ਇਸ ਗੁਰਮਤ ਦੇ ਮਾਰਗ ਤੇ ਉਹਨੂੰ ਕੋਈ ਯਤਨ ਨਾ ਕਰਨਾ ਪਏ, ਉਹ ਸਹਿਜ ਰੂਪ 'ਚ ਹੀ ਉਸ ਅਵਸਥਾ ਤੱਕ ਪਹੁੰਚ ਜਾਏ। ਊਦ ਕਮਲ ਬਿਗਸਇਆ, ਜਿਹਦਾ ਕਮਲ ਗਿਆਨ ਦਾ ਮੁੰਦਾ ਪਿਆ ਹੋਇਆ ਸੀ ਅੰਦਰ, ਭਾਵ ਜਿਹੜਾ ਅੰਧਕਾਰ ਸੀ, ਜਿਹਦੇ ਅੰਦਰ ਕਠੋਰਤਾ ਸੀ, ਉਹਦੇ ਅੰਦਰ ਕਮਲ ਵਰਗੀ ਨਿਰਮਾਇਲਤਾ, ਤੇ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਉਹ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਬਿਲਕੁਲ ਨਿਰਲੇਪ ਹੋ ਜਾਏਗਾ, ਉਹਦਾ ਕਮਲ ਖਿੜ ਪਏਗਾ। ਉਹ ਇਸ ਅਵਸਥਾ ਦੇ ਵਿੱਚ ਹਰ ਕੇ ਨਾਮ ਦੇ ਨਾਲ ਉਹਦਾ ਮਨ ਲੱਗ ਜਾਏਗਾ, ਤੇ ਦੁਨੀਆ ਦੇ ਨਾਲ ਵੀ ਉਹਦਾ ਠਾਠਾ ਬਾਗਾ ਬਣਿਆ ਰਹੇਗਾ ਜੀ। ਦੇਖੋ ਅਚਰਜ ਪਿਆ, ਜੇ ਠਾਕੁਰ ਕਉ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ ਰਹਾਉ। ਇਹ ਅਚਰਜਤਾ ਭਈ ਕਈ ਸਾਲ ਲਾ ਕੇ ਜੋਗੀਆਂ ਨੇ ਯਤਨ ਕੀਤੇ। ਯੋਗ ਦਾ ਸੰਬੰਧ ਗੁਰਮਤ ਦੇ ਵਿੱਚ ਸਰੀਰ ਨੂੰ ਸਾਧਣ ਲਈ ਹੈ, ਧਰਮ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਤੁਸੀਂ ਸਰੀਰ ਨੂੰ ਸਾਧਣ ਵਾਸਤੇ ਯੋਗ ਕਰ ਰਹੇ ਹੋ, ਤੁਹਾਨੂੰ ਮੁਬਾਰਕ ਹੈ, ਪਰ ਇਹ ਨਾ ਕਹਿਓ ਕਿ ਇਹ ਯੋਗ ਤੁਹਾਨੂੰ ਰੱਬ ਦੀ ਪ੍ਰਾਪਤੀ ਦੇਗਾ। ਗੁਰੂ ਨਾਨਕ ਸਾਹਿਬ ਨੇ ਵੱਡੀ ਲਕੀਰ ਗੁਰਮਤ ਦੀ ਖਿੱਚਤੀ। ਨਹੀਂ ਭਾਈ, ਇਸ ਭੁਲੇਖੇ ਤੋਂ ਮੈਂ ਬਾਹਰ ਕੱਢਣ ਲੱਗਾ। ਯੋਗ ਕੁਝ ਚਿਰ ਵਾਸਤੇ ਸਾਧ ਸਕਦਾ ਹੈ। ਹਾਂ, ਇੱਥੇ ਬੈਠੇ ਹਾਂ, ਸਾਡੀ ਈੜਾ ਚੱਲ ਰਹੀ ਹੋ ਸਕਦੀ ਹੈ, ਪਰ ਇੱਥੋਂ ਬਾਹਰ ਜਾਣ ਲੱਗਿਆਂ ਹੋ ਸਕਦਾ ਕੋਈ ਗੱਲ ਇਸ ਤਰ੍ਹਾਂ ਦੀ ਹੋ ਜਾਏ, ਕੋਈ ਬੋਲਦੇ ਸਾਨੂੰ, ਕੋਈ ਵੇਖ ਕੇ ਅਸੀਂ ਤੱਤੇ ਠੰਡੇ ਹੋ ਜਾਈਏ ਤੇ ਸਾਡੀ ਇੱਕ ਖੇਨੇ ਲੱਗੇਗਾ, ਪਿੰਗਲਾ ਚੱਲ ਪਏਗੀ, ਭਾਵ ਕ੍ਰੋਧਿਤ ਹੋ ਜਾਵਾਂਗੇ ਅਸੀਂ। ਹੁਣ ਇਹ ਜਿਹੜਾ ਬੈਲੈਂਸ ਹੈ ਨਾ, ਇਹ ਗੁਰੂ ਸਾਹਿਬ ਕਹਿੰਦੇ ਆ, ਦੇਖੋ ਅਚਰਜ ਭਇਆ, ਹੁਣ ਇਹ ਮੇਰੇ ਕੋਲ ਆ ਗਿਆ। ਜਿੱਥੇ ਮੇਰਾ ਮਨ ਹੈ ਮੈਂ ਕ੍ਰੋਧ ਕਰਾਂਗਾ, ਜਿੱਥੇ ਮੇਰਾ ਮਨ ਨਹੀਂ ਹੈ ਉੱਥੇ ਮੈਂ ਇੱਕ ਲਫ਼ਜ਼ ਵੀ ਨਹੀਂ ਬੋਲਾਂਗਾ, ਕਿ ਮੇਰੇ ਉੱਤੇ ਇਹ ਵਿਕਾਰ ਹਾਵੀ ਨਹੀਂ ਹੋ ਸਕਦੇ। ਛੋਟੀਆਂ, ਕਿਉਂਕਿ ਗ੍ਰਸਤ 'ਚ ਇਹਦਾ ਐਗਜ਼ੈਂਪਲ, ਗ੍ਰਸਤ 'ਚ ਤਾਂ ਬੜਾ ਸੁੱਖ ਹੈ, ਬੂਹਾ ਖੁੱਲ੍ਹਾ ਰਹਿ ਗਿਆ ਤੇ ਕਲੇਸ਼ ਕਰਤਾ, ਫਲਾਣੀ ਚੀਜ਼ ਤਿਲਕ ਗਈ ਤੇ ਤੱਤੇ ਠੰਡੇ ਹੋ ਗਏ। ਭਾਈ ਗੁਰੂ ਸਾਹਿਬ ਕਹਿੰਦੇ ਇਸ ਅਵਸਥਾ ਨੂੰ ਬਿਲਕੁਲ ਘੱਟ ਤੋਂ ਘੱਟ ਲਿਆਓ।
ਇੱਕ 951 ਅੰਗ ਤੇ 991 ਤੇ 991 ਤੇ ਮਾਰੂ ਰਾਗ ਦਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਉਹ ਸ਼ਬਦ ਇਸ ਗੱਲ ਨੂੰ ਬਿਆਨ ਕਰਦਾ। ਮੈਂ ਉਹ ਖੋਲਾਂਗਾ ਨਹੀਂ, ਕਿਉਂਕਿ ਅਸੀਂ ਬਹੁਤ ਹੋਰ ਪਾਸੇ ਤੁਰ ਪਾਵਾਂਗੇ ਫਿਰ ਜੇ ਉਹਨੂੰ ਅਸੀਂ ਖੋਲਣ ਲੱਗ ਗਏ। ਉਹ ਸ਼ਬਦ ਹੈ ਜੀ, ਸੂਰ ਕੈ ਸੋਸ। ਕਹਿੰਦੇ ਸੂਰਜ ਵਾਲਾ ਜਿਹੜਾ ਪਾਸਾ ਹੈ ਨਾ, ਇਹਨੂੰ ਈੜਾ ਪਿੰਗਲਾ, ਕਹਿੰਦੇ ਇਹਨੂੰ ਸੋਖ ਲਓ, ਕ੍ਰੋਧ ਨੂੰ ਘਟਾ ਦਿਓ ਆਪਣੀ ਜ਼ਿੰਦਗੀ ਵਿੱਚੋਂ। ਸੂਰ ਕੈ ਸੋਸ, ਸੋਸ ਕਹਿੰਦੇ ਸਮੁੰਦਰ ਨੂੰ ਸੁਕਾ ਦਿਓ। ਕਹਿੰਦੇ ਜਿਹੜਾ ਆ ਚੰਦਰਮਾ ਵਾਲਾ ਪਾਸਾ ਹੈ, ਕਹਿੰਦੇ ਆ ਜਿਹੜਾ ਠੰਡਾ ਪਾਸਾ ਹੈ, ਕਹਿੰਦੇ ਇਹਨੂੰ ਪੋਖ ਤੋਂ ਭਾਵ ਇਹਨੂੰ ਵਧਾ ਦਿਓ, ਕਿ ਦੁਨੀਆ ਨਾਲ ਪਿਆਰ ਵਧਾਉਣਾ ਸ਼ੁਰੂ ਕਰੋ, ਨਿਮਰਤਾ ਸ਼ੁਰੂ ਕਰੋ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇਹ ਸ਼ੁਰੂ ਕਰਨਾ ਹੀ ਪਏਗਾ ਸਿੱਖ ਨੂੰ। ਮਿਠਾਸ ਨਿਆਣੀ ਪਏਗੀ ਜੇ ਸਿੱਧਾ ਹੀ ਆਪਣੇ ਧਰਮ ਦੇ ਮਾਰਗ 'ਤੇ ਤੁਰਨ ਵਾਲਾ ਬੰਦਾ ਕਹਿੰਦਾ ਕਿ ਮੈਂ ਇਹ ਨਹੀਂ ਕਰਦਾ, ਮੈਂ ਤਾਂ ਇਵੇਂ ਹੀ ਹਾਂ, ਤੇ ਫਿਰ ਗੁਰੂ ਸਾਹਿਬ ਕਹਿੰਦੇ ਅਸਚਰਜ ਨਹੀਂ ਪਏਗਾ। ਉਹਨੂੰ ਅਸਚਰਜ ਪਏਗਾ ਜਿਹੜਾ ਸਾਧੇਗਾ। ਦੇਖੋ ਅਸਚਰਜ ਭਇਆ ਜੇ ਠਾਕੁਰ ਕੋ ਸੁਨਤ ਅਗਾਧ ਬੋਧ, ਜਿਹਨੂੰ ਅਗਾਧ ਬੋਧ ਪਰਾਂ ਤੋਂ ਪਰਾਂ ਸੁਣਿਆ ਸੀ ਕਿ ਇਵੇਂ 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 ਹੁੰਦੇ ਹੈ, ਪਰ ਗੁਰੂ ਨੇ ਐਸੀ ਕਿਰਪਾ ਕੀਤੀ ਸੋ ਹਿਰਦੈ ਗੁਰਦਇਆ, ਗੁਰੂ ਨੇ ਕਿਰਪਾ ਕਰਕੇ ਉਹ ਹਿਰਦੇ 'ਚ ਵਸਾ ਦਿੱਤਾ ਜੀ ਰਹਾਓ। ਜੋਏ ਦੂਤ ਮੋਹਿ ਬਹੁਤ ਸੰਤਾਵਤ, ਤੇ ਭਿਆਨਕ ਭਇਆ ਕਰਹਿ ਬੇਨਤੀ, ਰਾਖ ਠਾਕੁਰ ਤੇ ਹਮ ਤੇਰੀ ਸ਼ਰਨਿਆ। ਜਿਹੜਾ ਕ੍ਰੋਧ ਬੜਾ ਸਤਾਉਂਦਾ ਸੀ, ਜਿਹੜੇ ਵਿਕਾਰ ਬੜੇ ਸਤਾਉਣ, ਪਤਾ ਹੀ ਨਹੀਂ ਲੱਗਦਾ ਸੀ ਕਦ ਮਨ ਤੇ ਹਾਵੀ ਹੋ ਗਏ, ਕਦ ਕੁਬੋਲ ਬੋਲੇ ਗਏ, ਉੱਚਾ ਬੋਲਿਆ ਗਿਆ, ਤੇ ਫਿਰ ਦੁਨੀਆ ਦੇ ਲੋਕਾਂ ਤੋਂ ਮਾਫੀ ਮੰਗਣੀਆਂ ਪਈਆਂ, ਭਾਈ ਮੈਂ ਗੁੱਸੇ 'ਚ ਬੋਲ ਬੈਠਾ। ਇਹ ਵਾਲੇ ਜਿਹੜੇ ਦੂਤ ਸਾਨੂੰ ਸਤਾਉਂਦੇ ਸੀ ਨਾ, ਕਮਾਲ ਅਸਚਰਜ ਇਹ ਹੋਈ ਸੰਗਤ 'ਚ ਆ ਕੇ, ਜੋ ਇਹ ਦੂਤ ਮੋਹੇ ਬਹੁਤ ਸੰਤਾਵੰਤ, ਜਿਹੜੇ ਮੈਨੂੰ ਬੜੇ ਤੰਗ ਕਰਦੇ ਸਨ, ਤੇ ਭਿਆਨਕ ਭਇਆ, ਭਿਆਨਕ ਭਏ ਦੇ ਵਿੱਚ ਆ ਗਏ, ਉਹ ਡਰ ਗਏ, ਉਹ ਸਹਿਮ ਦੇ ਵਿੱਚ ਆ ਗਏ ਇਸ ਸਿੱਖ ਦੀ ਬੰਦਗੀ ਨੂੰ ਵੇਖ ਕੇ। ਕਰਹਿ ਬੇਨਤੀ ਰਾਖ ਠਾਕੁਰ ਤੇ, ਪਹਿਲਾਂ ਇਹ ਮਨ ਉਹਨਾਂ ਭਿਆਨਕ ਦੂਤਾਂ ਦੇ, ਉਹਨਾਂ ਸਤਾਵਨ ਵਾਲੇ ਦੂਤਾਂ ਦੇ ਚਰਨਾਂ 'ਚ ਪਿਆ ਰਹਿੰਦਾ ਸੀ, ਇਹ ਮਨ ਉਹਨਾਂ ਦੇ ਪਿੱਛੇ ਤੁਰਿਆ ਰਹਿੰਦਾ ਸੀ। ਅਸਚਰਜ ਇਹ ਹੋਇਆ ਕਿ ਉਹ ਦੂਤ ਹੁਣ ਇਸ ਮਨ ਦੇ ਅੱਗੇ ਤਰਲੇ ਲੈਣ ਲੱਗ ਗਏ ਕਿ ਸਾਨੂੰ ਬਚਾ ਲੈ ਤੂੰ। ਇਹ ਵੀ ਬੜੀ ਅਸਚਰਜ ਖੇਡ ਹੈ। ਇਹ ਬੜਾ ਨਵੇਕਲਾ ਸ਼ਬਦ ਹੈ ਆਪਣੇ ਆਪ ਦੇ ਵਿੱਚ। ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਗਲਤਾਈ ਫਿਰਦੇ ਸੀ ਸਾਨੂੰ, ਉਹ ਹੁਣ ਸਾਡੇ ਗੁਲਾਮ ਬਣ ਗਏ। ਉਹ ਕਹਿੰਦੇ ਕਿ ਸਾਨੂੰ ਹੁਣ ਰੱਬ ਤੋਂ ਬਚਾ ਲੈ। ਉਹ ਦੂਤ ਕਹਿੰਦੇ ਸਾਨੂੰ ਬਚਾ ਲੈ। ਕਿਉਂ? ਕਿਉਂਕਿ ਉਹ ਸੰਤ ਆਪਣਾ ਆਪ ਨਹੀਂ ਸਵਾਰਦਾ, ਉਹ ਦੁਨੀਆ ਦੇ ਲੱਖਾਂ ਕਰੋੜਾਂ ਦਾ ਸਵਾਰ ਜਾਂਦਾ। ਇਸ ਕਰਕੇ ਕਰਹਿ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨਾਇਆ। ਉਹ ਦੂਤ ਕਹਿੰਦੇ ਅਸੀਂ ਤੇਰੀ ਸ਼ਰਨ 'ਚ ਆ ਗਏ, ਜਿਵੇਂ ਤੂੰ ਕਹੇਂਗਾ ਹੁਣ ਅਸੀਂ ਤੇਰਾ ਹੁਕਮ ਮੰਨਾਂਗੇ ਜੀ। ਜਹ ਭੰਡਾਰ ਗੋਬਿੰਦ ਕਾ ਖੁੱਲਿਆ, ਜੇ ਪ੍ਰਾਪਤ ਤੇ ਲਿਆ, ਏਕ ਰਤਨ ਮੋਹ ਕਉ ਗੁਰ ਦੀਨਾ, ਮੇਰਾ ਮਨ ਤਨ ਸੀਤਲ ਥਿਆ। ਹੁਣ ਭੇਦ ਧਿਆਨ ਰੱਖਿਓ ਜੀ ਉਚਾਰਨ ਦਾ। ਇੱਕ ਨੂੰ ਸਿਹਾਰੀ ਹੈ ਤੇ ਇੱਕ ਮੁਕਤ ਹੈ। ਜੇ ਪਾਠ ਕੋਈ ਸੁਣ ਰਿਹਾ ਹੋਏ ਤੇ ਉਹਨੂੰ ਪਤਾ ਲੱਗ ਜੇ ਜੀ ਸਿਹਾਰੀ ਤੇ ਮੁਕਤੇ ਦਾ ਭੇਦ। ਜਹ ਭੰਡਾਰ ਗੋਬਿੰਦ ਕਾ ਖੁੱਲਿਆ, ਜਿਹ ਪ੍ਰਾਪਤ ਤਿਹ ਲਿਆ। ਜਹ ਤੇ ਜਿਹ ਇਹਦੇ ਵਿੱਚ ਭੇਦ ਹੈ। ਤਹ ਤੇ ਤਿਹ, ਇੱਥੇ ਤਹ ਨਹੀਂ ਆਇਆ, ਪਰ ਜੇ ਤਹ ਆਏ ਤੇ ਉਹ ਤੱਤਾ ਮੁਕਤਾ ਹਾਹਾ ਮੁਕਤਾ ਤੇ ਤਹ ਪੜਨਾ। ਜੇ ਜਹ ਆਏ ਤੇ ਜਹ ਪੜਨਾ, ਤੇ ਸਿਹਾਰੀ ਨਾਲ ਆਏ ਫਿਰ ਉਹਨੂੰ ਜਹ ਨਹੀਂ ਪੜਨਾ, ਉਹਨੂੰ ਜਿਹ ਪੜਨਾ। ਸੁਖਮਨੀ ਸਾਹਿਬ ਦੇ ਵਿੱਚ ਸਭ ਤੋਂ ਵੱਧ ਗਲਤੀਆਂ ਅਸੀਂ ਇਹ ਕਰਦੇ ਹਾਂ। ਇਹਦਾ ਉਚਾਰਨ ਸੁਧਾਰੀਏ। ਜਹ ਭੰਡਾਰ ਗੋਬਿੰਦ ਕਾ ਖੁੱਲਿਆ, ਕਿ ਜਹ ਦਾ ਮਤਲਬ ਜਿਸ ਥਾਂ ਤੇ, ਜਿਸ ਹਿਰਦੇ ਦੇ ਵਿੱਚ ਇਹ ਖਜ਼ਾਨਾ ਖੁੱਲ ਗਿਆ। ਜਿਹ ਪ੍ਰਾਪਤ ਤਿਹ ਲਿਆ, ਜਿਹਨੂੰ ਇਹ ਖਸਮ ਨੇ ਕਿਰਪਾ ਕੀਤੀ ਉਹਨੂੰ ਇਹ ਖਜ਼ਾਨਾ ਮਿਲ ਗਿਆ। ਏਕ ਰਤਨ ਮੋਕੋ ਗੁਰ ਦੀਨਾ, ਮੇਰਾ ਮਨ ਤਨ ਸੀਤਲ ਥੀਆ। ਨਹੀਂ ਜੀ, ਥਿਆ। ਥੀਆ ਤਾਂ ਹੁੰਦਾ ਥੱਤੇ ਨੂੰ ਸਿਹਾਰੀ ਹੁੰਦੀ, ਇਹਨੂੰ ਥਿਆ ਪੜਨਾ। ਜਪੋ ਜੀ ਥਿਆ, ਥੱਥੇ ਨੂੰ ਸਿਹਾਰੀ ਥਿਆ, ਕਿ ਜਿੱਥੇ ਇਹ ਭੰਡਾਰ ਖੁੱਲ ਗਿਆ, ਰਤਨ ਪ੍ਰਗਟ ਹੋ ਗਿਆ, ਕਹਿੰਦੇ ਉਹ ਵਾਲਾ ਮਨ ਸੀਤਲ ਹੋ ਗਿਆ ਜੀ। ਏਕ ਬੂੰਦ ਗੁਰ ਅੰਮ੍ਰਿਤ ਦੀਨੋ, ਤਾ ਅਟਲ ਅਮਰ ਨਾਮੁਆ। ਭਗਤ ਭੰਡਾਰ ਗੁਰ ਨਾਨਕ ਕਉ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਏਕ ਬੂੰਦ ਗੁਰ ਅੰਮ੍ਰਿਤ ਦੀਨੋ, ਕਿਰਪਾ ਜਲ ਦੇਤਾ ਗੁਰੂ ਨੇ ਨਾਮ ਦਾ। ਤਾਂ ਅਟਲ ਅਮਰ ਨਾ ਮੁਆ,
ਕਹਿੰਦੇ ਉਹ ਜਿਹੜੀ ਆਤਮਿਕ ਅਵਸਥਾ ਫਿਰ ਉਹ ਮਰਦੀ ਨਹੀਂ, ਭਾਵ ਰੱਬ ਨੂੰ ਵਿਸਰਦੀ ਨਹੀਂ ਉਹ ਆਤਮਾ। ਉਹ ਬਿਲਕੁਲ, ਜੇ ਰੱਬ ਵਿਸਰ ਜਾਏ ਤੇ ਮੌਤ ਹੈ। ਤੁਧ ਚਿੱਤੇ ਆਵੈ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਇਹ ਆਤਮਿਕ ਮੌਤ ਹੈ, ਰੱਬ ਦਾ ਵਿਸਰ ਜਾਣਾ। ਹੁਣ ਅਸੀਂ ਕਹਿੰਦੇ ਹਾਂ ਲੈ ਸਾਨੂੰ ਕੀ ਲੋੜ ਬੰਦਗੀ ਕਰਨ ਦੀ, ਚੰਗੇ ਭਲੇ ਤੁਰੇ ਫਿਰਦੇ ਹਾਂ, ਚੰਗੇ ਸੱਚ ਬੋਲਦੇ ਹਾਂ, ਝੂਠ ਨਹੀਂ ਬੋਲਦੇ, ਕਿਸੇ ਦੀ ਠੱਗੀ ਨਹੀਂ ਕਰਦੇ, ਕਿਸੇ ਨਾਲ ਉੱਚਾ ਨਹੀਂ ਬੋਲਦੇ, ਨੀਵਾਂ ਨਹੀਂ, ਸਾਨੂੰ ਕੀ ਲੋੜ ਹੈ। ਸਿੱਖ ਲਈ ਬੰਦਗੀ ਨਾ ਕਰਨਾ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਗੁਨਾਹ ਹੈ। ਸੁਣ ਲਓ ਜੀ, ਬਾਕੀ ਸਾਰੀ ਗੱਲਾਂ ਇੱਕ ਪਾਸੇ, ਸਿੱਖ ਲਈ ਗੁਰੂ ਨੂੰ ਚੇਤੇ ਨਾ ਕਰਨਾ, ਭਾਵੇਂ ਸਭ ਕੁਝ ਕਰੇ ਹੋ, ਕਿ ਕਹੇ ਮੈਂ ਗੁਨਾਹ ਨਹੀਂ ਕਰਦਾ। ਮਹਾਰਾਜ ਦੇ ਅੱਗੇ ਆਣਗੇ ਸ਼ਬਦ, ਮੈਂ ਸਿਰਫ ਇੱਕ ਤੁਹਾਨੂੰ ਪੰਛੀ ਝਾਤ ਦੇ ਰਿਹਾ, ਜੇ ਬੰਦਗੀ ਤੋਂ ਹੀ ਵਿਸਰ ਗਏ, ਟੁੱਟ ਗਏ, ਇਹ ਆਪਣੇ ਆਪ ਦੇ ਵਿੱਚ ਗੁਨਾਹ ਹੈ ਸਿੱਖ ਲਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੈ ਉਹਦਾ ਮਨ ਅਟਲ ਹੋ ਜਾਂਦਾ ਹੈ, ਉਹਦਾ ਆਤਮਿਕ ਜੀਵਨ ਮਰਦਾ ਨਹੀਂ। ਫਿਰ ਭਗਤ ਭੰਡਾਰ ਗੁਰੂ ਨਾਨਕ ਕਉ ਸੌਂਪੇ, ਇੱਥੇ ਗੁਰੂ ਨਾਨਕ ਨੂੰ ਸੌਂਪਿਆ। ਕਹਿੰਦੇ ਭਗਤੀ ਦਾ ਭੰਡਾਰ ਕਿਹੜਾ? ਭਗਤ ਭੰਡਾਰ ਗੁਰਬਾਣੀ ਲਾਲ, ਗੁਰਬਾਣੀ ਦਾ ਇਹ ਭੰਡਾਰਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਫਿਰ ਲੇਖਾ ਮੂਲ ਨਾ ਲਿਆ, ਗੁਰੂ ਨਾਨਕ ਸਾਹਿਬ ਤੋਂ ਵੀ ਫਿਰ ਉਸ ਪਰਮਾਤਮਾ ਨੇ ਲੇਖਾ ਨਹੀਂ ਪੁੱਛਿਆ। ਤੇ ਜਿਹੜਾ ਗੁਰੂ ਨਾਨਕ ਦੇ ਇਸ ਭਗਤ ਭੰਡਾਰ ਨੂੰ, ਜਿਹੜਾ ਉਸ ਧੁਰੋਂ ਆਇਆ, ਉਹਨੂੰ ਚੇਤੇ ਕਰਦਾ, ਫਿਰ ਉਹਦਾ ਵੀ ਲੇਖਾ ਨਹੀਂ ਪੁੱਛਿਆ ਜਾਂਦਾ ਜੀ। ਸੋਰਠ ਮਹਿਲਾ ਪੰਜਵਾ, ਚਰਨ ਕਮਲ ਸਿਉ ਜਾ ਕਾ ਮਨ ਲੀਨਾ, ਜਪੋ ਜੀ। ਸੇ ਜਨ ਤ੍ਰਿਪਤ ਅਕਾਈ, ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ। ਸੋਰਠ ਮਹੱਲਾ ਪੰਜਵਾਂ, ਚਰਨ ਕਮਲ ਸਿਉ ਜਾਕਾ ਮਨ ਲੀਨਾ, ਜਿਹਦਾ ਮਨ ਰਤਿਆ ਗਿਆ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ। ਸੇਜਨ ਤ੍ਰਿਪਤ ਅਗਾਈ, ਤ੍ਰਿਪਤ ਗਏ, ਰੱਜੇ ਗਏ, ਅਗਾ ਕਹਿੰਦੇ ਬਿਲਕੁਲ ਸੰਤੋਖੀ ਹੋ ਗਏ। ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਜਿਹਦੇ ਹਿਰਦੇ 'ਚ ਬਾਣੀ ਦਾ ਰਤਨ ਨਹੀਂ ਵਸਿਆ। ਤੇ ਨਰ ਤ੍ਰਿਸ਼ਨ ਤ੍ਰਿਖਾਈ, ਉਹ ਹਮੇਸ਼ਾ ਹੀ ਭੁੱਖੇ ਰਹਿੰਦੇ ਹੈ। ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ, ਉਹਦੀ ਫਿਰ ਅੰਦਰ ਦੀ ਪਿਆਸ ਨਹੀਂ ਬੁਝਦੀ ਜੀ। ਹਰ ਆਰਾਧੇ ਅਰੋਗ ਅਨਦਾਈ, ਜਿਸ ਨਾਉ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਬੇਦਨ ਜਣ ਆਈ ਰਹਾਉ। ਲੋ ਜੀ, ਗੁਰੂ ਨਾਨਕ ਸਾਹਿਬ ਨੇ ਉਹੀ ਗੱਲ ਪ੍ਰਗਟ ਕਰਤੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਰੂਪ 'ਚ। ਸਤਿਗੁਰੂ ਜੀ ਕਹਿੰਦੇ ਹਰ ਆਰਾਧੇ ਆਰੋਗ ਅਨਦਾਈ, ਜਿਹੜਾ ਆਰਾਧਨ ਕਰਦਾ ਹੈ ਉਹ ਅਰੋਗ ਹੋ ਜਾਂਦਾ ਹੈ, ਮਾਨਸਿਕ ਰੋਗਾਂ ਤੇ, ਚਿੰਤਾ ਦੇ, ਦੁੱਖ ਦੇ, ਹਉਮੈ ਦੇ। ਆਨੰਦਦਾਈ ਤੋਂ ਅਨਦਾਈ ਬਣਿਆ ਹੈ ਕਿ ਉਹਦੀ ਜ਼ਿੰਦਗੀ ਆਨੰਦਮਈ ਹੋ ਜਾਂਦੀ ਹੈ। ਪਰ ਜਿਹੜਾ ਬੰਦਗੀ ਨਹੀਂ ਕਰਦਾ, ਜਿਹੜਾ ਇਸ ਮਾਰਗ ਤੇ ਤੁਰਦਾ ਹੀ ਨਹੀਂ, ਆਪਣੇ ਆਪ ਨੂੰ ਭਾਵੇਂ ਕਰੋੜਾਂ ਵਾਰੀ ਸੁੱਚਾ ਕਹੇ, ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਬੇਦਨ ਜਣ ਆਈ। ਕਹਿੰਦੇ ਬੇਦਨ, ਕਹਿੰਦੇ ਦੁੱਖ, ਕਹਿੰਦੇ ਕਰੋੜਾਂ ਦੁੱਖ ਤੇ ਉਹਨੂੰ ਵੈਸੇ ਹੀ ਚਿਮੜੇ ਹੋਏ ਨੇ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਹੈ। ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸ਼ਰਣੇ, ਜਿਹ ਨਰ ਬਿਸਰਿਆ ਪੁਰਖ ਵਿਧਾਤਾ, ਤੇ ਦੁਖੀਆਂ ਮਹਿ ਗਣਨੇ। ਪ੍ਰਭੂ ਜੀ ਦੀ ਓਟ ਜਿਹਨੇ ਗਹੀ ਫੜ ਲਈ ਉਹ ਸੁਖੀਏ ਹੋ ਗਏ। ਕਿਉਂਕਿ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ, ਜੇ ਸੁਖੀ ਹੋਵਾਂਗੇ ਤੇ ਤਾਂ ਬਾਹਰ ਸੁਖ ਦਿਸਣਗੇ। ਸੁਖੀਐ ਕੋ ਪੇਖੈ ਸਭ ਸੁਖੀਆ, ਰੋਗੀ ਕਹਿ ਭਾਣੈ ਸਭ ਰੋਗੀ। ਜੇ ਅੰਦਰ ਸੁਖ ਨੇ ਤੇ ਤਾਂ ਇਹ ਸੱਚ ਪ੍ਰਗਟ ਹੈ। ਜੇ ਨਾਮ ਜਪਾਂਗੇ, ਓਟ ਲਵਾਂਗੇ ਗੁਰੂ ਦੀ, ਤਾਂ ਸੁਖ ਹੈ। ਪਰ ਜਿਸ ਨਰ ਨੇ ਵਿਸਰ ਦਿੱਤਾ, ਜਿਹ ਨਰ ਬਿਸਰਿਆ ਪੁਰਖ ਵਿਦਾਤੇ, ਪੁਰਖ ਦੇ ਖੱਖੇ ਨੂੰ ਔਂਕੜ, ਕਰਤਾ ਪੁਰਖ ਵਾਹਿਗੁਰੂ ਨੂੰ ਜਿਹੜਾ ਵਿਸਰ ਗਿਆ, ਤੇ ਦੁਖੀਆ ਮਹਿ ਗਣਤੇ, ਉਹ ਦੁਖੀਆਂ ਦੀ ਭੀੜ ਦੇ ਵਿੱਚ ਗਵਾ ਜਾਏਗਾ ਜੀ। ਜੇ ਗੁਰਮਾਨ ਪ੍ਰਭੂ ਲੇਵ ਲਾਈ, ਤੇ ਮਹਾ ਆਨੰਦ ਰਸ ਕਰਿਆ, ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ, ਤੇ ਨਰਕ ਘੋਰ ਮਹਿ ਪਰਿਆ। ਗੁਰੂ ਅਰਜਨ ਸਾਹਿਬ ਕਹਿੰਦੇ ਉਸ ਪ੍ਰਭੂ ਨੂੰ ਆਪਣੀ ਸਿਫਤ ਸਲਾਹ ਕਰਾਉਣ ਦਾ ਕੋਈ ਚਾਅ ਨਹੀਂ ਹੈ। ਉਹ ਪ੍ਰਭੂ ਨਹੀਂ ਚਾਹੁੰਦਾ ਕਿ ਸਾਡੀ ਕੋਈ ਸਿਫਤ ਸਲਾਹ ਇਸ ਲਈ ਕਰੋ ਕਿ ਸਾਡੀ ਸਿਫਤ ਸਲਾਹ ਲਈ ਸਿਫਤ ਸਲਾਹ ਕਰੋ, ਕਿ ਸਾਡੀ ਤਾਰੀਫ ਕਰੋ। ਨਹੀਂ, ਇਸ ਲਈ ਕਰੋ ਕਿ ਜਿਹੜੇ ਗੁਣ ਪ੍ਰਭੂ ਦੇ ਵਿੱਚ ਨੇ ਉਹ ਗੁਣ ਸਾਡੇ ਮਨੁੱਖ ਮਾਤਰ ਦੇ ਵਿੱਚ ਆ ਜਾਣ। ਅਸੀਂ ਪ੍ਰਭੂ ਦੇ ਉਹਨਾਂ ਗੁਣਾਂ ਦੇ ਧਾਰਨੀ ਹੋ ਜਾਈਏ, ਸੁਖੀਏ ਹੋ ਜਾਈਏ, ਸੌਖੇ ਹੋ ਜਾਈਏ। ਇਸ ਕਰਕੇ ਕੋਈ ਇਹ ਨਹੀਂ ਕਿ ਪ੍ਰਭੂ ਦੀ ਸਿਫਤ ਸਲਾਹ ਇਸ ਲਈ ਉਹਨੂੰ ਪਿਆਰੀ ਕਿਉਂਕਿ ਸਾਨੂੰ ਸਾਡੀ ਤਾਰੀਫ ਪਿਆਰੀ ਲੱਗਦੀ ਹੈ, ਅਸੀਂ ਪ੍ਰਭੂ ਨੂੰ ਵੀ ਉਸ ਰੂਪ 'ਚ ਬਿਆਨ ਕਰਨਾ ਸ਼ੁਰੂ ਕਰ ਦਿੱਤਾ। ਦਲੀਲਾਂ ਇਹ ਦਿੰਦੇ ਹਾਂ ਅੱਜ ਕੱਲ੍ਹ, ਲੈ
ਰੱਬ ਨੂੰ ਤੇ ਇਹੀ ਚਾਹੁੰਦੇ ਆ ਨਾ ਕਿ ਰੱਬ ਇਹੀ ਚਾਹੁੰਦਾ ਮੇਰੀ ਕੋਈ ਤਾਰੀਫ ਕਰਦਾ ਰਹੇ, ਨਹੀਂ, ਤਾਂ ਕਿ ਪ੍ਰਭੂ ਦੇ ਗੁਣ ਸਾਡੇ ਵਿੱਚ ਆਣ। ਜਿਹੇ ਗੁਰਮਾਨ ਜਿਹਨੇ ਗੁਰੂ ਦੀ ਮੰਨ ਲਈ, ਪ੍ਰਭੂ ਲਿਵ ਲਾਈ, ਉਹਦੀ ਪ੍ਰਭੂ ਦੇ ਚਰਨਾਂ 'ਚ ਲਿਵ ਲੱਗ ਗਈ ਤੇ ਮਹਾ ਆਨੰਦ ਰਸ ਕਰਿਆ, ਉਹਦੀ ਜ਼ਿੰਦਗੀ ਰਸ ਭਰਪੂਰ ਹੈ। ਜਿਹੇ ਪ੍ਰਭ ਵਿਸਾਰ ਗੁਰ ਤੇ ਬੇਮੁਖਾਈ, ਉਹ ਜਿਹੜਾ ਵਿਸਰ ਗਿਆ ਉਹ ਤੇ ਧਰਤੀ ਤੇ ਭਾਰ ਹੈ, ਬੇਮੁਖ ਹੋ ਗਿਆ ਤੇ ਨਰਕ ਘੋਰ ਮੈਂ ਪਰਿਆ। ਕੋਈ ਵੱਖਰਾ ਨਰਕ ਨਹੀਂ ਹੈ ਇਸ ਧਰਤੀ ਉੱਤੇ ਜਾਂ ਉਸ ਪਤਾਲ ਤੇ। ਇੱਥੇ ਹੀ ਸਤਿਗੁਰੂ ਜੀ ਕਹਿੰਦੇ ਉਹਨੂੰ ਨਰਕ ਦੇ ਦਰਸ਼ਨ ਨੇ ਜੀ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਨਾਨਕ ਸ਼ਹਿ ਪਕਰੀ ਸੰਤਨ ਕੀ, ਹਿਰਦੈ ਪਏ ਮਗਨ ਚਰਨਾਰਾ। ਜਿਸ ਪ੍ਰਭੂ ਨੇ ਜਿਸ ਮਨੁੱਖ ਨੂੰ ਜਿਸ ਮਾਰਗ ਤੇ ਤੋਰਿਆ, ਉਹ ਮਨੁੱਖ ਉਸੇ ਮਾਰਗ ਤੇ ਤੁਰਨ ਵਾਲਾ। ਕੋਈ ਆਪਣੇ ਯਤਨ ਨਾਲ ਕੋਈ ਕਹੇ ਕਿ ਮੈਂ ਸਿੱਧੇ ਤੋਂ ਪੁੱਠੇ ਤੁਰ ਜਾਵਾਂ ਤੇ ਹੁਕਮ ਤੋਂ ਬਿਨਾਂ ਨਹੀਂ। ਜੇ ਕੋਈ ਕਹੇ ਕਿ ਮੈਂ ਪੁੱਠੇ ਤੋਂ ਸਿੱਧਾ ਤੁਰ ਜਾਵਾਂ, ਲੱਖ ਯਤਨ ਕਰਕੇ ਉਹਨੂੰ ਮਨਾਇਆ ਜਾਏ, ਸਮਝਾਇਆ ਜਾਏ, ਜੇ ਹੁਕਮ ਹੋਏਗਾ ਤੇ ਤਾਂ ਹੋਏਗਾ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਇਹੀ ਖੇਡ ਹੈ ਜੀ ਕਲਾ, ਇਹੀ ਕਲਾ ਹੈ ਪ੍ਰਭੂ ਦੀ। ਇੱਕ ਘਰ ਦੇ ਵਿੱਚ ਇੱਕ ਸੁਖੀ ਹੈ ਤੇ ਇੱਕ ਦੁਖੀ ਹੈ। ਇੱਕ ਘਰ ਦੇ ਵਿੱਚ ਇੱਕ ਧਨ ਕਰਕੇ ਸੁੱਖ ਹੈ ਤੇ ਇੱਕ ਧਨ ਕਰਕੇ ਔਖ ਹੈ। ਇਹ ਵੀ ਹੈ। ਭਗਤ ਕਬੀਰ ਜੀ ਦਾ ਸ਼ਬਦ ਪੜ੍ਹੋ, ਕਹਿੰਦੇ ਇੱਕੋ ਹੀ ਮਾਂ ਦੇ ਪੁੱਤਰ ਨੇ, ਪਰ ਇੱਕ ਅਮੀਰ ਹੈ। ਜਿਹਦੇ ਘਰ ਅਮੀਰ ਦੇ ਗਰੀਬ ਜਾਂਦਾ ਹੈ, ਉਹ ਅਮੀਰ ਮੂੰਹ ਫੇਰ ਕੇ ਬੈਠ ਜਾਂਦਾ ਹੈ। ਜੇ ਅਮੀਰ ਭਰਾ ਗਰੀਬ ਦੇ ਘਰ ਜਾਂਦਾ ਹੈ ਤੇ ਉਹ ਉਧਾਰ ਲੈ ਕੇ ਉਹਦੀ ਸੇਵਾ ਕਰਨ ਵਾਸਤੇ ਤੁਰ ਪੈਂਦਾ ਹੈ। ਇਹ ਮੇਰਾ ਅਮੀਰ ਭਰਾ ਆ ਰਿਹਾ, ਇਹੀ ਹੈ ਨਾ। ਪਰ ਮਹਾਰਾਜ ਜੀ ਕਹਿੰਦੇ ਆ, ਅਸਲ ਦੇ ਵਿੱਚ ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ। ਭਖਾਰੀ, ਇੱਥੇ ਫਕੀਰ ਦਾ ਅਰਥ ਭਖਾਰੀ ਹੈ। ਕੱਲਾ ਧਨ ਭਖਾਰੀ ਬਣਾ ਦਿੰਦਾ ਬੰਦੇ ਨੂੰ, ਰੱਜਦਾ ਨਹੀਂ ਹੈ। ਪਰ ਜਿਨ ਕੈ ਪੱਲੇ ਤੂੰ ਵਸੈ ਤਿਹ ਨਰ ਗੁਣੀ ਗਹੀਰ। ਉਹਨਾਂ ਨਰਾਂ ਨੂੰ, ਉਹਨਾਂ ਮਨੁੱਖਾਂ ਨੂੰ, ਉਹਨਾਂ ਜੀਆਂ ਨੂੰ ਨਮੋ ਹੈ ਜਿਨ੍ਹਾਂ ਨੂੰ ਪ੍ਰਭੂ ਨੇ ਕਿਰਪਾ ਕਰਕੇ ਆਪਣੇ ਮਾਰਗ ਤੇ ਚਲਾਇਆ। ਇਹ ਵਰਤਾਰਾ ਹੈ। ਨਾਨਕ ਸ਼ਹ ਪਕਰੀ ਸੰਤਨ ਕੀ, ਸ਼ਹ ਕਹਿੰਦੇ ਓਟ, ਪੱਲਾ ਸੰਤ ਜਨਾਂ ਦੀ, ਉਹਨਾਂ ਸਤਸੰਗੀ ਜਨਾਂ ਦੀ ਸੰਗਤ ਕਰੋ ਭਾਈ, ਜਿਨ੍ਹਾਂ ਨੂੰ ਪ੍ਰਭੂ ਨੇ ਇਸ ਮਾਰਗ ਤੇ ਤੋਰ ਲਿਆ। ਕਹਿੰਦੇ ਕੀ ਹੋਏਗਾ? ਹਿਰਦੈ ਭਏ ਮਗਨ ਚਰਨਾਰਾ, ਤੁਹਾਡੇ ਹਿਰਦੇ 'ਚ ਆਨੰਦ ਵਸੇਗਾ ਤੇ ਇਹ ਚਰਨ ਕਮਲਾ 'ਚ ਮਨ ਮਗਨ ਹੋ ਜਾਏਗਾ, ਜੁੜ ਜਾਏਗਾ ਜੀ। ਸੋਰਠ ਮਹਿਲਾ ਪੰਜਵਾ, ਰਾਜਨ ਮਹਿ ਰਾਜਾ ਉਰਝਾਇਓ, ਮਾਨਨ ਮਹਿ ਅਭਿਮਾਨੀ, ਲੋਭਨ ਮਹਿ ਲੋਭੀ ਲੋਭਾਇਓ, ਤਿਉ ਹਰ ਰੰਗ ਰਚੇ ਗਿਆਨੀ। ਹੁਣ ਇਹ ਸ਼ਬਦ ਹੈ ਜੀ ਵਰਤਾਰੇ ਦਾ। ਜਿਹੋ ਜਿਹਾ ਕੋਈ ਮੰਗ ਰੱਖ ਕੇ ਗੁਰੂ ਪਾਸ ਆਉਂਦਾ ਹੈ, ਉਹੋ ਜੀ ਮੰਗ ਦੀ ਪੂਰਤੀ ਗੁਰੂ ਕਰਦਾ ਹੈ। ਪਰ ਇਹਦੇ ਵਿੱਚ ਜਿਸ ਤਰ੍ਹਾਂ ਬਾਹਰ ਪੱਖੀ ਮਨੁੱਖਾਂ ਨੂੰ ਬਾਹਰ ਦਾ ਸਵਾਦ ਹੈ, ਇਸ ਤਰ੍ਹਾਂ ਨਾਮ ਜਪਣ ਵਾਲਿਆਂ ਨੂੰ ਸੰਗਤ ਦਾ ਸਵਾਦ ਹੈ, ਸੰਗਤ ਦਾ ਆਨੰਦ ਹੈ। ਪਰ ਜੇ ਕੋਈ ਸੰਗਤ ਮੰਗੇ ਤੇ ਗੁਰੂ ਸਾਹਿਬ ਇਕੱਲੇ ਉਹਨੂੰ ਪ੍ਰਭੂ ਸੰਗਤ ਨਹੀਂ ਦਿੰਦਾ, ਸੰਗਤ ਦੇ ਵਿੱਚ ਬੈਠ ਕੇ ਨਾਮ ਦੀ ਦੂਣੀ ਚੂਣੀ ਲਾਲੀ ਵੀ ਬਖਸ਼ ਦਿੰਦਾ। ਇਹ ਫਰਕ ਹੈ। ਜੇ ਕੋਈ ਧਨ ਮੰਗੇ ਉਹਨੂੰ ਇਕੱਲਾ ਧਨ ਮਿਲ ਜਾਂਦਾ। ਇਹ ਜ਼ਰੂਰੀ ਨਹੀਂ ਕਿ ਸੁੱਖ ਮਿਲ ਜਾਏਗਾ ਧਨ ਦੇ ਨਾਲ, ਨਾ, ਇਹ ਨਹੀਂ ਹੈ। ਕਰੋੜਾਂ ਤੇ ਕਰੋੜਾਂ ਅਰਬਾਂ ਪਤੀ ਵੀ ਨੇ, ਪਰ ਇਹ ਜ਼ਰੂਰੀ ਨਹੀਂ ਕਿ ਸੁੱਖ ਹੋ। ਜੇ ਕੋਈ ਗਿਆਨ ਮੰਗੇ, ਗਿਆਨ ਤੇ ਮਿਲ ਜਾਏਗਾ, ਪਰ ਇਹ ਜ਼ਰੂਰੀ ਨਹੀਂ ਉਹਨੂੰ ਗਿਆਨ ਦੇ ਵਿੱਚੋਂ ਧਿਆਨ ਵੀ ਮਿਲ ਜਾਏ। ਗਿਆਨ ਵੀ ਕਈ ਤਰ੍ਹਾਂ ਦੇ ਜੀ। ਗਿਆਨ ਦੇ ਅੱਗੇ ਐੜਾ ਲੱਗ ਜੇ ਅਗਿਆਨ ਬਣ ਜਾਂਦਾ। ਜਿਹੜਾ ਗਿਆਨ ਮਾੜਾ ਹੈ ਉਹ ਵੀ ਤੇ ਗਿਆਨ ਹੀ ਹੈ ਮਾੜਾ। ਗਿਆਨ ਵੀ ਕਈ ਤਰ੍ਹਾਂ ਦੇ, ਪਰ ਗੁਰੂ ਕਿਹੜਾ ਗਿਆਨ ਦਿੰਦਾ? ਉਹ ਗਿਆਨ ਦਿੰਦਾ ਧਿਆਨ ਦੇ ਵਿੱਚ ਲਿਵ ਲੀਨ ਹੋਣ ਵਾਸਤੇ। ਸੁਣੋ ਜੀ, ਸੋਰਠ ਮਹੱਲਾ ਪੰਜਵਾਂ। ਜਿਹੜਾ ਰਾਜਾ ਹੈ ਉਹ ਆਪਣੇ ਰਾਜ ਭਾਗ ਦੀ ਅਰਦਾਸਾਂ ਕਰਦਾ ਤੇ ਰੱਬ ਉਹਨੂੰ ਉਹ ਵੀ ਦੇ ਦਿੰਦਾ। ਰਾਜਨ ਮਹਿ ਰਾਜਾ ਉਰਝਾਇਓ, ਮਾਨਨ ਮਹਿ ਅਭਿਮਾਨੀ। ਜਿਹੜਾ ਆਪਣਾ ਮਾਣ ਚਾਹੁੰਦਾ, ਆਪਣਾ ਅਭਿਮਾਨ ਚਾਹੁੰਦਾ, ਉਹ ਆਪਣੇ ਮਾਨ ਅਭਿਮਾਨ 'ਚ ਹੀ ਰੁਝਿਆ ਰਹਿੰਦਾ। ਲੋਭਨ ਮਹਿ ਲੋਭੀ ਲੋਭਾਇਓ। ਕਹਿੰਦੇ ਜਿਹੜਾ ਲੋਭੀ ਹੈ ਉਹਨੂੰ ਲੱਖ ਯਤਨ ਕਰ ਲਓ ਕਿ ਉਹ ਹੋਰ ਪਾਸੇ ਤੁਰ ਪਏ, ਉਹਦਾ ਧਿਆਨ ਲੋਭ ਦੇ ਵਿੱਚ ਹੀ ਹੈ। ਇੱਥੋਂ ਤੱਕ ਕਿ ਸਕਿਆਂ ਨੂੰ ਵੀ ਨਹੀਂ ਛੱਡੇਗਾ, ਮਾਤਾ ਪਿਤਾ ਜਨਨੀ ਨੂੰ ਵੀ ਨਹੀਂ ਛੱਡੇਗਾ ਲੋਭੀ ਮਨੋਂ। ਕਹਿੰਦੇ ਉਹਦਾ ਧਿਆਨ ਹੀ ਉਹਦੇ ਵਿੱਚ ਹੈ। ਪਰ ਜਿਹੜਾ ਬੰਦਗੀ ਦੇ ਵਿੱਚ ਹੈ, ਤਿਉਂ ਹਰ ਰੰਗ ਰਚੇ ਗਿਆਨੀ। ਗਿਆਨ ਰੂਪ ਦੇ ਵਿੱਚ ਜੁੜੇ ਹੋਏ ਪ੍ਰਭੂ ਦੇ ਰੰਗ 'ਚ ਰਚੇ ਰਹਿੰਦੇ ਨੇ ਜੀ। ਹਰ ਜਨ ਕਉ ਇਹ ਸੁਹਾਵੇ, ਪੇਖ ਨਿਕਟ ਕਰ ਸੇਵਾ। ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੇ,
ਰਹਾਉ। ਕਿਸ ਹੀ ਕੋਈ ਕੋਈ ਮੰਝ ਨਿਮਾਣੀ ਹਿਕ ਤੂੰ, ਕਿਉਂ ਨਾ ਮਰੀਜੈ ਰੋਏ। ਉਹ ਕਿਉਂ ਵਿਰਾਗ ਦੇ ਵਿੱਚ ਇੰਨਾ ਜ਼ਿਆਦਾ ਪ੍ਰਭੂ ਦੇ ਵਿਛੋੜੇ ਦੇ ਵਿੱਚ ਆ ਜਾਂਦਾ ਹੈ ਕਿ ਜਾਂ ਲੱਗ ਚਿੱਤ ਨਾ ਆਵੇ, ਕਿ ਜਿੰਨਾ ਚਿਰ ਤੱਕ ਪ੍ਰਭੂ ਦੇ ਚਰਨਾਂ 'ਚ ਟਿਕ ਕੇ ਚੇਤਾ ਨਾ ਕਰ ਲਿਆ ਜਾਏ ਉਹਨਾਂ ਚਿਰ ਤੱਕ ਉਹਨੂੰ ਠਰਮਾ ਨਹੀਂ ਹੈ। ਹਰ ਜਨ ਕੋ ਇਹੀ ਸੁਹਾਵਾ ਹੈ, ਪ੍ਰਭੂ ਦੇ ਸਿੱਖ ਨੂੰ ਇਹੀ ਚੰਗਾ ਲੱਗਦਾ ਹੈ। ਵੇਖ ਨਿਕਟ ਕਰ ਸੇਵਾ ਸਤਿਗੁਰ, ਉਹ ਨੇੜੇ ਹੋ ਕੇ ਦਰਸ਼ਨ ਕਰਕੇ ਸੇਵਾ ਦੇ ਵਿੱਚ ਜੁੜਦਾ ਹੈ। ਹਰ ਕੀਰਤਨ ਹੀ ਤ੍ਰਿਪਤਾਵੈ, ਦੁਨੀਆ ਦਾ ਲੋਭ ਵੀ ਉਹਨੂੰ ਨਹੀਂ ਤ੍ਰਿਪਤਾ ਸਕਦਾ। ਉਹਨੂੰ ਪ੍ਰਭੂ ਦੀ ਕੀਰਤੀ ਸਿਫਤ ਸਲਾਹ ਹੀ ਤ੍ਰਿਪਤ ਦਿੰਦੀ ਹੈ। ਰਹਾਓ। ਅਮਲਨ ਸਿਉ ਅਮਲੀ ਲਪਟਾਇਓ, ਭੂਮਨ ਭੂਮ ਪਿਆਰੀ। ਖੀਰ ਸੰਗ ਬਾਰਿਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਅਮਲ ਨਸ਼ਾ ਕਰਨ ਵਾਲਾ ਅਮਲਿਓ, ਅਮਲਨ ਸਿਉ ਅਮਲੀ ਲਪਟਾਇਓ, ਉਹ ਫਿਰ ਨਸ਼ੇ 'ਚ ਹੀ ਲਪਟਿਆ ਰਹਿੰਦਾ। ਭੂਮਨ ਭੂਮ ਪਿਆਰੀ, ਜ਼ਮੀਂਦਾਰ ਜ਼ਮੀਨਾਂ ਦੇ ਵਿੱਚ ਉਲਝਿਆ। ਖੀਰ ਸੰਗ ਬਾਰੀਕ ਹੈ ਲੀਨਾ, ਤੇ ਛੋਟੇ ਬੱਚੇ ਦਾ ਦੁੱਧ ਨਾਲ ਪ੍ਰੀਤ ਹੈ। ਇਸ ਤਰ੍ਹਾਂ ਹੀ ਜਿਹੜੇ ਪ੍ਰਭੂ ਦੇ ਸੰਤ ਨੇ, ਪ੍ਰਭ ਸੰਤ ਐਸੇ ਹਿਤਕਾਰੀ, ਉਹਨਾਂ ਨੂੰ ਪ੍ਰਭੂ ਦਾ ਧਿਆਨ ਹੀ ਨਾਨਕ ਬਾਰਕ ਮੁਖ, ਨਾਨਕ ਬਾਰਕ ਮਾਤ ਪਿਤਾ, ਮੁਖ ਨਾਮ ਤੁਮਾਰੋ ਖੀਰਾ, ਕਿ ਪਿਤਾ ਤੁਸੀਂ ਹੋ, ਮਾਤਾ ਤੁਸੀਂ ਹੋ, ਤੁਹਾਡਾ ਨਾਮ ਸਾਡੇ ਲਈ ਖੀਰ ਦੁੱਧ ਹੈ। ਇਸ ਤਰ੍ਹਾਂ ਸੰਤ ਨੂੰ ਪ੍ਰਭੂ ਦਾ ਨਾਮ ਪਿਆਰਾ ਹੈ ਜੀ। ਵਿਦਿਆ ਮਹਿ ਵਿਦਵੰਸੀ ਰਚਿਆ, ਨੈਣ ਦੇਖ ਸੁਖ ਪਾਵਹਿ। ਜੈਸੇ ਰਸਨਾ ਸਾਧ ਲੁਭਾਨੀ, ਤਿਉ ਹਰ ਜਨ ਹਰ ਗੁਣ ਗਾਵਹਿ। ਜਿਸ ਤਰ੍ਹਾਂ ਵਿਦਿਆ ਮੈਂ ਵਿਦਿਅੰਸੀ ਰਚਿਆ, ਵਿਦਿਆ ਕਮਾਉਣ ਵਾਲਾ ਵਿਦਿਅੰਸੀ ਵਿਦਿਆ ਨੂੰ ਹੀ ਇਕੱਠਾ ਕਰਦਾ, ਉਸੀ ਅੰਸ਼ ਦੇ ਵਿੱਚ, ਉਸੀ ਰੂਪ ਦੇ ਵਿੱਚ ਤੁਰਿਆ ਰਹਿੰਦਾ। ਤੇ ਆਹ ਜਿਹੜੇ ਨੇਤਰ ਦਿੱਤੇ ਨੇ ਪ੍ਰਭੂ ਨੇ, ਨੈਣ ਦੇਖ ਸੁਖ ਪਾਵੈ, ਇਹ ਦੁਨੀਆ ਦੇ ਰੰਗ ਤਮਾਸ਼ੇ ਦੇਖ ਕੇ ਖੁਸ਼ ਹੁੰਦੀਆਂ ਨੇ ਅੱਖਾਂ। ਜੈਸੇ ਰਸਨਾ ਸਾਧ ਲੁਭਾਨੀ, ਤੇ ਸਵਾਦ ਦੇ ਵਿੱਚ ਰੁੱਝੀ ਹੋਈ ਰਸਨਾ ਹੈ, ਬੜਾ ਸਵਾਦ ਆਉਂਦਾ। ਜਿਵੇਂ ਦਾ ਸਵਾਦ ਅੱਖਾਂ ਨੂੰ ਤੇ ਰਸਨਾ ਨੂੰ ਆਉਂਦਾ, ਰੱਸਾਂ ਕਸਾਂ ਤੇ ਬਾਹਰ ਦੇ ਤਮਾਸ਼ਿਆਂ ਨੂੰ ਵੇਖਣ ਦਾ, ਤਿਉ ਹਰ ਜਨ ਹਰ ਗੁਣ ਗਾਵੈ। ਇਸ ਤਰ੍ਹਾਂ ਪ੍ਰਭੂ ਦੇ ਗੁਣਾਂ ਨੂੰ, ਪ੍ਰਭੂ ਦੇ ਗੁਣ ਗਾਵਣ ਦੇ ਵਿੱਚ ਆਨੰਦ ਹੈ ਜੀ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਜਿਹੋ ਜੀ ਕੋਈ ਭੁੱਖ ਲੈ ਕੇ ਆਂਦਾ, ਤੈਸੀ ਕਾ ਪੂਰਕ, ਉਹਨੂੰ ਪੂਰਨ ਕਰਨ ਵਾਲਾ ਪ੍ਰਭੂ ਹੈ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰ ਜਾਮੇ। ਉਹ ਸਾਰਿਆਂ ਦੀ ਭੁੱਖ ਜਾਣਦਾ, ਸਗਲ ਘਟਾ ਕਾ ਸੁਆਮੀ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਪਰ ਕੋਈ ਵਿਰਲੇ ਨੇ ਜਿਨ੍ਹਾਂ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਅੰਦਰ ਜਾਗਦੀ ਹੈ। ਪ੍ਰਭ ਮਿਲਿਆ ਅੰਤਰਜਾਮੀ, ਪ੍ਰਭੂ ਅੰਤਰਜਾਮੀ ਉਹਨਾਂ ਦੀ ਪਿਆਸ ਨੂੰ ਵੀ ਜਾਣਦਾ ਹੈ, ਤੇ ਉਹਨਾਂ ਦੀ ਪਿਆਸ ਨੂੰ ਜਾਣਦੇ ਹੋਏ ਉਹਨਾਂ ਨੂੰ ਪ੍ਰਭੂ ਪ੍ਰਾਪਤੀ ਹੁੰਦੀ ਹੈ ਜੀ। ਸੋਰਠ ਮਹਿਲਾ ਪੰਜਵਾ, ਜਪੋ ਜੀ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਬਹੁਤ ਕੀਮਤੀ ਸ਼ਬਦ ਹੈ ਸਾਧ ਸੰਗਤ ਜੀਓ, ਬਹੁਤ ਕੀਮਤੀ ਸ਼ਬਦ ਹੈ ਇਹ ਵਾਲਾ। ਬੜੇ ਭਾਵਨੇ ਇਹਦੇ ਵਿੱਚ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੇ ਬਹੁਤ ਪ੍ਰੇਮ ਨਾਲ, ਇਹ ਸੱਚੀ ਬੰਦਗੀ ਕਰਨ ਵਾਲਿਆਂ ਦਾ ਸਿਖਰ ਵੀ ਹੈ। ਜਦ ਕੋਈ ਬੰਦਗੀ ਦੇ ਸਿਖਰ 'ਤੇ ਪਹੁੰਚਦਾ ਹੈ, ਸੱਚੀ ਉਹਨੂੰ ਇਹ ਅਹਿਸਾਸ ਹੁੰਦਾ, ਮੈਂ ਜਿਹਦੀ ਬੰਦਗੀ ਕਰਨ ਲੱਗਾ ਨਾ, ਮੈਂ ਉਹਦੇ ਲਾਇਕ ਵੀ ਨਹੀਂ ਸੀ, ਪਰ ਮੇਰੇ ਮੈਲੇ ਨੂੰ ਪ੍ਰਭੂ ਨੇ ਇਸ ਬੰਦਗੀ ਦੇ ਲਾਇਕ ਮੂਰਖ ਨੂੰ ਲਾ ਦਿੱਤਾ। ਹਾਂ ਮੂਰਖ ਕਾਰੇ ਲਾਇਆ। ਇਸ ਕਾਰਜ ਦੇ ਵਿੱਚ ਇਹ ਸ਼ਬਦ ਬੰਦਗੀ ਕਰਨ ਵਾਲਿਆਂ ਦਾ ਦਿਲ ਦਾ ਇੱਕ ਅਸੀਮ ਹਿੱਸਾ ਹੈ। ਸੋਰਠ ਮਹੱਲਾ ਪੰਜਵਾਂ, ਹਮ ਮੈਲੇ ਤੁਮ ਉਜਲ ਕਰਤੇ। ਅਸੀਂ ਬਹੁਤ ਮਲੀਨ ਹਾਂ, ਤੇ ਮਹਾਰਾਜ ਤੁਹਾਡੇ ਅੰਦਰ ਇੰਨਾ ਚਾਨਣਾ ਹੈ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਕੋ। ਤੁਸੀਂ ਇੰਨੇ ਉਜਲ ਹੋ। ਹਮ ਨਿਰਗੁਣ ਤੂੰ ਦਾਤਾ, ਸਾਡੇ 'ਚ ਕੋਈ ਗੁਣ ਨਹੀਂ ਪ੍ਰਭੂ ਜੀ, ਕੋਈ ਗੁਣ ਨਹੀਂ, ਪਰ ਤੁਸੀਂ ਗੁਣਾਂ ਦੇ ਦਾਤੇ ਹੋ, ਗੁਣ ਦੇਣ ਵਾਲੇ ਹੋ। ਹਮ ਮੂਰਖ, ਅਸੀਂ ਮੂੰਹ ਰੱਖ ਕੇ ਗੱਲਾਂ ਕਰਦੇ ਹਾਂ, ਮਾੜਾ ਬੋਲਦੇ ਹਾਂ, ਚਿੱਤ ਸਾਡਾ ਬਿਲਕੁਲ ਸਿਆਣਪ ਵੱਲ ਨਹੀਂ ਹੈ। ਤੁਮ ਚਤੁਰ ਸਿਆਣੇ, ਤੁਸੀਂ ਬਹੁਤ ਸਿਆਣੇ ਦੇ ਸਿਆਣੇ, ਅੰਦਰ ਦੀ ਜਾਣਨ ਵਾਲੇ ਹੋ।
ਤੂੰ ਸਰਬ ਕਲਾ ਕਾ ਗਿਆਤਾ। ਸਾਰੀ ਕਲਾ ਪ੍ਰਭੂ ਜੀ ਤੁਹਾਡੇ ਵਿੱਚ ਹੈ, ਸਭ ਨੂੰ ਜਾਣਨ ਵਾਲੇ ਹੋ ਜੀ। माधो हम ऐसे तू ऐसा, हम पापी तुम पाप खंडन, नीको ठाकुर देसा रहाऊ। ਮਾਧੋ ਹਮ ਐਸੇ, ਕਿਸ ਰੂਪ ਦੇ ਵਿੱਚ? ਮੈਲੇ, ਨਿਰਗੁਣ, ਮੂਰਖ, ਇਸ ਰੂਪ 'ਚ ਹਮ ਐਸੇ। ਤੇ ਤੁਸੀਂ ਊਜਲ, ਚਤੁਰ, ਸਿਆਣੇ, ਸਰਬ ਕਲਾ ਕਾ ਗਿਆਤਾ। ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਅਸੀਂ ਪਾਪ ਕਰਕੇ ਆਈ ਜਾਂਦੇ ਹਾਂ, ਤੁਸੀਂ ਸਾਡੇ ਪਾਪਾਂ ਤੇ ਪਰਦਾ ਪਾਈ ਜਾਂਦੇ ਹੋ। ਵਾਹ, ਅਸੀਂ ਨਿਤਾ ਪ੍ਰਤੀ ਪਾਪ ਕਰ ਕਰਕੇ ਇੱਥੇ ਆਉਂਦੇ ਹਾਂ, ਅਸੀਂ ਫਿਰ ਬੇਨਤੀ ਕਰਦੇ ਹਾਂ ਤੇ ਤੁਸੀਂ ਸਾਡੇ ਪਾਪਾਂ ਨੂੰ ਖੰਡਨ, ਖਤਮ ਕਰੀ ਜਾਂਦੇ ਹੋ, ਮੁਕਾਈ ਜਾਂਦੇ ਹੋ, ਮਾਫੀ ਬਖਸ਼ੀ ਜਾਂਦੇ ਹੋ। ਨੀਕੋ ਠਾਕੁਰ ਦੇਸਾ, ਕੈਸਾ ਦੇਸ਼ ਹੈ ਜਿੱਥੇ ਤੂੰ ਵਸਦਾ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਜੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਕੈਸੀ ਥਾਂ ਹੈ, ਕਿਸ ਅਵਸਥਾ ਦੇ ਵਿੱਚ ਪ੍ਰਭੂ ਤੁਸੀਂ ਹੋ। ਅਸੀਂ ਪਾਪੀ ਨੂੰ ਬਖਸ਼ ਨਹੀਂ ਸਕਦੇ, ਪਰ ਤੁਸੀਂ ਕਰੋੜਾਂ ਪਾਪੀ ਨੂੰ ਵੀ ਬਖਸ਼ ਦਿੰਦੇ ਹੋ। ਨੀਕੋ, ਬੜਾ ਸੋਹਣਾ ਤੁਹਾਡਾ ਇਹ ਰੂਪ ਹੈ, ਇਹ ਥਾਂ ਹੈ ਜਿਸ ਥਾਂ ਤੋਂ ਤੁਸੀਂ ਇਹ ਨਿਆਏ ਕਰਦੇ ਹੋ ਜੀ। ਰਹਾਓ तुम सब साजे साज निवाजे, जपो जी। जियो पिंड दे प्राणा, निर्गुण यारे गुण नहीं कोई, तुम दान दे हो मेहरबाना। ਤੁਮ ਸਭ ਸਾਜੇ ਸਾਜ ਨਿਵਾਜੇ, ਸਾਜਣ ਵਾਲੇ ਤੁਸੀਂ ਹੋ, ਸਾਜ ਕੇ ਨਿਵਾਜਣ ਵਾਲੇ, ਦਾਤ ਦੇਣ ਵਾਲੇ ਵੀ ਤੁਸੀਂ ਹੋ, ਪ੍ਰਗਟ ਕਰਨ ਵਾਲੇ ਵੀ ਤੁਸੀਂ ਹੋ। ਜੀਓ ਪਿੰਡ ਦੇ ਪ੍ਰਾਣਾ, ਪ੍ਰਾਣਾ ਦੇ, ਜੀਓ ਦੇ, ਸਰੀਰ ਦੇ ਅੰਦਰ ਆਤਮਾ ਦੇ ਤੁਸੀਂ ਮਾਲਕ ਹੋ, ਦੇਣ ਵਾਲੇ ਹੋ, ਸੰਭਾਲ ਕਰਨ ਵਾਲੇ ਹੋ। ਸਾਡਾ ਹਾਲ ਨਿਰਗੁਣ ਯਾਰੇ ਗੁਣ ਨਹੀਂ ਕੋਈ, ਇਹਨੂੰ ਗੁਣ ਹੀ ਪੜਿਓ। ਜਲਦਬਾਜ਼ੀ 'ਚ ਅਸੀਂ ਗੁਣ ਭਰ ਜਾਂਦੇ ਹਾਂ, ਅਣਾਣੇ ਨਾਲ ਉਚਾਰਨ ਕਰ ਜਾਂਦੇ ਹਾਂ, ਪਰ ਜਿੱਥੇ ਨੰਨੇ ਦਾ ਉਚਾਰਨ ਹੈ ਉੱਥੇ ਇਹੀ ਉਚਾਰਨ। ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹ ਮਿਹਰਬਾਨਾ। ਤੁਸੀਂ ਪ੍ਰਭੂ ਜੀ ਨਾਮ ਦੀ ਦਾਤ ਤੇ ਗੁਣਾ ਦੇ ਮਿਹਰਬਾਨ ਦਾਤੇ ਹੋ, ਇਹ ਦਾਤ ਦਿੰਦੇ ਹੋ ਜੀ। तुम करहो भला हम भलो ना जान है, तुम सदा सदा दयाला, तुम सुखदाई पुरख विधाते, तुम राखो अपने बाला। ਸੱਚਾਈ ਤੇ ਇਹ ਹੈ ਕਿ ਪ੍ਰਭੂ ਜੀ ਤੁਸੀਂ ਸਾਡਾ ਭਲਾ ਹੀ ਲੋਚਦੇ ਹੋ, ਪਰ ਸਾਨੂੰ ਉਹ ਸਮਾਂ ਨਹੀਂ ਉਸ ਵੇਲੇ ਪ੍ਰਤੀਤ ਆਉਂਦੀ ਕਿ ਇਹ ਸਾਡਾ ਭਲਾ ਹੀ ਹੈ। ਸ਼ਾਇਦ ਅਸੀਂ ਸੋਚਦੇ ਹਾਂ ਮਾੜਾ ਹੋਇਆ, ਸਾਡੇ ਨਾਲ ਧੱਕਾ ਹੋਇਆ, ਫਿਰ ਬਾਅਦ 'ਚ ਪਤਾ ਲੱਗਦਾ ਕਿ ਜੇ ਇਹੀ ਹੋਣਾ ਸੀ ਤੇ ਫਿਰ ਇਹੀ ਚੰਗਾ ਸੀ। ਉਸ ਵੇਲੇ ਤੇ ਤੁਮ ਕਰੋ ਭਲਾ ਹਮ ਭਲੋ ਨਾ ਜਾਨਹ, ਸਾਨੂੰ ਪਤਾ ਨਹੀਂ ਕੀ ਭਲਾ ਹੈ। ਤੁਮ ਸਦਾ ਸਦਾ ਦਇਆਲਾ, ਕੋਈ ਐਸਾ ਥਾਂ, ਐਸਾ ਸਮਾਂ, ਐਸੀ ਕੋਈ ਬਿਰਤੀ ਨਹੀਂ ਹੈ ਜਦ ਪ੍ਰਭੂ ਸਾਡੇ ਤੇ ਦਇਆਲ ਨਾ ਹੋਣ। ਸਦਾ ਹੀ ਦਇਆਲ ਨੇ। ਉਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲਾਗੈ ਜਾਂ ਐਸੇ बुझिया। ਜੇ ਕੋਈ ਬੁੱਝ ਲੇ ਕਿ ਰਾਖਾ ਏਕ हमारा स्वामी, ਜੇ ਬੁੱਝ ਲੇ ਤੇ ਉਹਨੂੰ ਹਰ ਵੇਲੇ ਪਤਾ ਲੱਗਿਆ ਪ੍ਰਭੂ ਦਿਆਲ ਹੈ। ਤੁਮ ਸੁਖਦਾਈ ਪੁਰਖ ਵਿਧਾਤੇ, ਸਦਾ ਹੀ ਸੁਖ ਦੇਣ ਵਾਲੇ ਹੋ, ਵਿਧਾਤੇ ਹੋ, ਭਾਵ ਕਿ ਸਾਰਿਆਂ ਦੇ ਤੁਸੀਂ ਰਾਖੇ ਹੋ, ਸਾਰਿਆਂ ਨੂੰ ਦਾਤ ਦੇਣ ਵਾਲੇ ਹੋ, ਸਾਰਿਆਂ ਦੇ ਸਿਰ ਦੇ ਸਾਈਂ ਹੋ। ਤੁਮ ਰਾਖੋ ਆਪਣੇ ਬਾਲਾ, ਸਾਡੇ ਬੱਚਿਆਂ ਨੂੰ ਤੁਸੀਂ ਰੱਖੋ ਜੀ। तुम निधान अटल सुल्तान, जी जंत सब जाचै, कहो नानक हम इह हवाला, राख संतन कै पाछै। ਤੁਮ ਰਾਖੋ ਆਪਣੇ, ਆਪਣੇ ਹੀ ਪੜਿਓ ਬਾਲਾ, ਕਿ ਜਿਸ ਤਰ੍ਹਾਂ ਮਾਤਾ ਪਿਤਾ ਔਲਾਦ ਭਾਵੇਂ ਵਿਗੜ ਵੀ ਜਾਏ ਤਾਂ ਵੀ ਉਹਨਾਂ ਦੀ ਰਹਿੰਦੀ ਹੈ, ਤਾਂ ਵੀ ਉਹਨਾਂ ਦੇ ਬੱਚੇ ਰਹਿੰਦੇ ਆ, ਉਹ ਫਿਰ ਵੀ ਉਹਨਾਂ ਲਈ ਕਰਮ ਕਰਦੇ ਆ। ਤੁਸੀਂ ਇਸ ਰੂਪ 'ਚ ਪ੍ਰਭੂ ਜੀ ਸਾਡੇ ਤੇ ਕਰਮ ਕਰਦੇ ਹੋ। ਸਾਡੇ ਵਰਗੀ ਵਿਗੜਿਆਂ ਨੂੰ ਤੁਸੀਂ ਆਪਣੇ ਬੱਚਿਆਂ ਦੀ ਤਰ੍ਹਾਂ ਰੱਖਿਆ। ਤੁਮ ਨਿਧਾਨ ਅਟਲ ਸੁਲਿਤਾਨ, ਲੱਲੇ ਨੂੰ ਸਿਹਾਰੀ ਹੈ। ਅਟਲ ਹੋ, ਬਾਦਸ਼ਾਹਾਂ ਦੇ ਬਾਦਸ਼ਾਹ ਹੋ। ਜੀ ਜੰਤ ਸਭ ਜਾਚੈ, ਜਾਚਕ ਕਹਿੰਦੇ ਭਿਖਾਰੀ, ਸਾਰੇ ਜੀਵ ਤੇ ਜਨਤਾ ਨੂੰ ਭੀਖ ਮੰਗਣ ਜਿਹੜੇ ਆਉਂਦੇ ਆ ਉਹਨਾਂ ਨੂੰ ਭੀਖ ਦੇ ਵੀ ਦਿੰਦੇ ਹੋ। ਜਾਚੈ ਭਾਵ ਦਾਤ ਦੇ ਦਿੰਦੇ ਹੋ, ਰਜਾ ਦਿੰਦੇ ਹੋ। ਕਹੋ ਨਾਨਕ ਅਮ ਇਹ ਹਵਾਲਾ, ਸਾਡਾ ਹਾਲ ਦੇਖ ਲਓ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇ। ਕਿਹੜਾ ਹਮ ਮੂਰਖ, ਹਮ ਪਾਪੀ, ਹਮ ਇਸ ਰੂਪ ਦੇ ਵਿੱਚ ਮੈਲੇ, ਇਹ ਹਾਲ ਹੈ ਸਾਡਾ। ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ
ਪੱਛ ਹੈ। ਤੁਸੀਂ ਇੰਨੀ ਕੁ ਕਿਰਪਾ ਕੀਤੀ, ਸਾਨੂੰ ਆਪਣੇ ਸਤ ਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ। ਹੁਣ ਇਸ ਸਤ ਸੰਗਤ ਦੇ ਵਿੱਚ ਹੀ ਕਿ ਜਿੱਥੇ ਸੰਤ ਜਨ ਤੁਰਦੇ ਨੇ, ਜਿਨ੍ਹਾਂ ਦੀ ਉਹਨਾਂ ਦੀ ਸੁਰਤ ਜਾਂਦੀ ਹੈ, ਹਮ ਪਿੱਛੇ ਲਾਗ ਚਲੀ, ਕਿ ਸਾਡੀ ਸੁਰਤ ਵੀ ਉਹਨਾਂ ਦੇ ਪਿੱਛੇ ਤੁਰ ਪਏ ਜੀ। ਸੋਰਠ ਮਹਿਲਾ ਪੰਜਵਾ, ਘਰ ਦੂਜਾ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਾਂ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ, ਤਾਰੋ ਤਾਰਨ ਹਾਰੇ। ਭਗਤ ਜੀ ਕਹਿੰਦੇ ਆ, ਰੇ ਚਿਤ ਚਿਤ ਸਕੀਨਾ ਦਇਆਲ ਦਮੋਦਰ ਬਿਬਹਿ ਨ ਜਾਨਸ ਕੋਏ। ਜੇ ਧਾਵੈ ਖੰਡ ਬ੍ਰਹਮੰਡ ਕੋ ਕਰਤਾ ਕਰੇ ਸੋ ਹੋਏ। ਜਨਨੀ ਕੇਰੇ ਉਦਰ ਉਦਕ ਮਹਿ ਪਿੰਡ ਕੀਆ, 10 ਦੁਆਰਾ ਦੇ ਆਹਾਰ ਅਗਨ ਮਹਿ ਰਾਖੈ, ਐਸਾ ਖਸਮ ਹਮਾਰਾ। ਕਹਿੰਦੇ ਹੋਰ ਤੇ ਜਿਹੜੀਆਂ ਦਾਤਾਂ ਮਿਲੀਆਂ ਉਹ ਤੇ ਇੱਕ ਪਾਸੇ, ਜੇ ਨਹੀਂ ਵੀ ਕਰਨਾ ਸ਼ੁਕਰ ਤੇ ਕੋਈ ਗੱਲ ਨਹੀਂ, ਜੇ ਨਹੀਂ ਸ਼ੁਕਰਾਨਾ ਕਰਨਾ ਕੋਈ ਗੱਲ ਨਹੀਂ, ਇੱਥੇ ਮਿਲੀਆਂ। ਜਿਹੜੀ ਆਹ ਦਾਤ ਮਿਲ ਗਈ ਨਾ ਜੀਵਨ ਦੀ, ਮਾਤਾ ਦੇ ਗਰਭ ਦੇ ਵਿੱਚੋਂ ਪ੍ਰਭੂ ਨੇ ਸੰਭਾਲ ਲਿਆ, ਹੱਥ ਦੇ ਕੇ ਤੱਤੀ ਵਾਓ ਤੋਂ ਰੱਖ ਲਿਆ। ਕਹਿੰਦੇ ਘੱਟੋ ਘੱਟ ਇੱਕ ਵਾਰੀ ਉਹ ਤੇ ਸ਼ੁਕਰਾਨਾ ਕਰੀਏ, ਪ੍ਰਭੂ ਜੀ ਤੁਸੀਂ ਮਾਤਾ ਦੇ ਗਰਭ ਚੋਂ ਸਾਨੂੰ ਬਚਾ ਲਿਆ ਸੀ। ਨਹੀਂ ਤੇ ਬਹੁਤੇ ਨੇ ਜਿਹੜੇ ਅੰਦਰ ਹੀ ਇਸ ਤਰ੍ਹਾਂ ਹੋ ਜਾਂਦੇ ਨੇ। ਤੁਸੀਂ ਇੱਥੇ ਬਖਸ਼ਿਸ਼ ਕੀਤੀ ਹੈ, ਸਾਨੂੰ ਪ੍ਰਗਟ ਕੀਤਾ। ਇਹ ਸ਼ਬਦ ਹੈ ਸੂਰਠ ਮਹੱਲਾ ਪੰਜਵਾਂ, ਘਰ ਦੂਜਾ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਆਪੇ ਤੁਸੀਂ ਸਾਨੂੰ ਆਪਣੀ ਬੰਦਗੀ ਦੇ ਕੇ ਸਾਨੂੰ ਬਚਾਇਆ। ਤਹ ਤੁਮ ਰਾਖਨ ਹਾਰੇ, ਹੋਰ ਕੋਈ ਨਹੀਂ ਸੀ ਉੱਥੇ ਰਖਵਾਲਾ। ਉੱਥੇ ਕੌਣ ਸੀ ਰਖਵਾਲਾ? ਗੋਬਿੰਦ ਰਾਏ, ਉੱਥੇ ਪ੍ਰਭੂ ਹੀ ਰਖਵਾਲਾ ਸੀ। ਪਾਵਕ ਸਾਗਰ ਅਥਾ ਲਹਰ ਮੈਂ ਹੈ। ਪਾਵਕ ਕਹਿੰਦੇ ਹੈ ਅੱਗ ਵਰਗਾ ਭਵ ਸਾਗਰ, ਜਿਹੜਾ ਅੱਜ ਅਸੀਂ ਵੇਖਦੇ ਹਾਂ ਨਾ ਵਿਕਾਰਾਂ ਦਾ, ਕਹਿੰਦੇ ਉਹ ਜਿਹਾ ਹੀ ਮਾਤਾ ਦੇ ਗਰਭ 'ਚ ਹੈ। ਇੰਨਾ ਕੁ ਧਾਨਕ ਹੈ। ਪਾਵਕ ਅੱਗ ਵਰਗਾ ਹੈ, ਜਿਹਨੂੰ ਆਪਾਂ ਤਿਤ ਸਰ ਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਇਹ ਜਿਹੜਾ ਪਾਣੀ ਹੈ ਅੱਗ ਵਰਗਾ ਭਵ ਸਾਗਰ ਦਾ। ਤੁਸੀਂ ਪਾਵਕ ਸਾਗਰ ਅਥਾ ਲਹਰ ਮਹਿ, ਤਾਰੋ ਤਾਰਨ ਹਾਰੇ। ਤੁਸੀਂ ਉੱਥੇ ਵੀ ਬਚਾਇਆ ਸੀ ਪ੍ਰਭੂ ਜੀ, ਹੁਣ ਤੁਸੀਂ ਇੱਥੇ ਵੀ ਬਚਾਉਣ ਵਾਲੇ ਹੋ। ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਤੋਰਾ ਰਹਾਉ। ਇਹਨੂੰ ਮਾਧੋ ਨਹੀਂ ਪੜ੍ਹਨਾ, ਮਾਧਾਓ। ਮਾਧਾਓ ਧੱਦੇ ਨੂੰ ਜਿਹੜਾ ਦੁਲੈਂਕੜੇ ਪਏ ਹੋਏ ਹੈ, ਨਹੀਂ ਘਨੋੜਾ ਪਿਆ ਆ, ਹੋੜਾ ਘਨੋੜਾ। ਅਤੇ ਇਹਨੂੰ ਘਨੋੜੇ ਦੀ ਆਵਾਜ਼ ਅਸੀਂ ਘੱਟ ਪੜ੍ਹਦੇ ਹਾਂ। ਕਈ ਵਾਰੀ ਅਸੀਂ ਬਾਣੀ ਦੇ ਵਿੱਚ ਜਾਂ ਸ਼ਹਿਰੀ ਕੋਲੀ ਬੋਲਦੇ ਹਾਂ, ਕੌਲੀ ਨਹੀਂ ਬੋਲਦੇ, ਪੌੜੀ ਬੋਲਦੇ ਹਾਂ, ਪੌੜੀ ਨਹੀਂ ਬੋਲਦੇ। ਕਈ ਇਸ ਤਰ੍ਹਾਂ ਦੇ ਰੂਪ ਨੇ। ਅਸੀਂ ਚੋਲ ਬੋਲ ਦਿੰਦੇ ਹਾਂ, ਚੌਲ ਨਹੀਂ ਬੋਲਦੇ ਚਾਵਲਾਂ ਨੂੰ। ਇਸ ਕਰਕੇ ਬਾਣੀ ਦੇ ਵੀ ਅਰਥ ਅਸੀਂ ਐਂ ਤੋਰੀ ਜਾਂਦੇ ਹਾਂ ਲਫ਼ਜ਼ ਦੇ ਵਿੱਚ। ਸਤਿਗੁਰੂ ਜੀ ਇੱਥੇ ਘਨੋੜਾ ਲਾਉਂਦੇ, ਅਤੇ ਘਨੋੜਾ ਹੀ ਉਚਾਰਨ ਹੈ ਤਾਂ ਕਿ ਕਰੋੜ ਕੇ ਪੂਰੇ ਐਨ ਪੂਰਾ ਧੁਰ ਤੱਕ ਪਤਾ ਲੱਗੇ ਅੰਦਰ। ਮਾਧੋ ਪ੍ਰਭੂ ਜੀ ਇਸ ਰੂਪ 'ਚ। ਮਹਾਰਾਜ ਤੇ ਮਾਧੋ ਵੀ ਲਿਖ ਸਕਦੇ ਪਰ ਨਹੀਂ, ਮਾਧੋ ਇਹ ਪ੍ਰਭੂ ਜੀ ਤੁਸੀਂ ਹੋ। ਤੂੰ ਠਾਕੁਰ ਸਿਰ ਮੋਰਾ, ਮੇਰੇ ਸਿਰ ਦੇ ਉੱਤੇ ਤੁਹਾਡੇ ਤੋਂ ਵੱਡਾ ਠਾਕੁਰ ਕੋਈ ਹੋਰ ਨਹੀਂ ਹੈ। ਇਹਾਂ ਉਹਾਂ ਤੁਹਾਰੋ ਧੋਰਾ। ਇਹ ਵੈਸੇ ਸ਼ਬਦਾਵਲੀ ਇਹਾਂ ਉਹਾਂ ਆਨੰਦਪੁਰ ਸਾਹਿਬ ਦੇ ਲਾਗੇ ਜਿਹੜੇ ਪਿੰਡ ਨੇ, ਹਰੀਵਾਲ ਹੋ ਗਏ, ਇਹਨਾਂ ਪਿੰਡਾਂ ਦੀ ਇਹ ਭਾਸ਼ਾ ਹੈ ਕਿ ਉਹਾਂ ਪਾਣੀ ਵਗੀ ਜਾਂਦਾ ਅਤੇ ਇਹਾਂ ਪਿਆਸੇ ਮਰੀ ਜਾਂਦੇ। ਇਹੀ ਭਾਸ਼ਾ ਜਿਹੜੀ ਆ ਸਾਡੀਆਂ ਪੰਜਾਬੀ ਭਾਸ਼ਾਵਾਂ ਦੇ, ਸਾਡੀਆਂ ਬੋਲੀ ਦੇ ਵੱਖ-ਵੱਖ ਐਸਪੈਕਟ ਨੇ, ਉਹ ਗੁਰਬਾਣੀ ਦੇ ਵਿੱਚ ਲਿਖੇ ਹੋਏ ਨੇ। ਇਹਾਂ ਉਹਾਂ ਤੁਹਾਰੋ ਧੋਰਾ, ਤੁਹਾਡਾ ਹੀ ਆਸਰਾ ਹੈ ਰਹਾਉ। ਕੀਤੇ ਕਉ ਮੇਰੇ ਸਮਾਨੈ, ਕਰਨਹਾਰ ਤ੍ਰਿਣ ਜਾਣੈ। ਤੂੰ ਦਾਤਾ ਮੰਗਨ ਕਉ ਸਗਲੀ, ਦਾਨ ਦੇਹ ਪ੍ਰਭ ਭਾਨੈ। ਤੁਸੀਂ ਜੋ ਦੇ ਦਿੱਤਾ ਉਹਨੂੰ ਅਸੀਂ ਮੇਰ ਪਰਬਤ ਮੰਨ ਲਿਆ, ਬਹੁਤ ਵੱਡਾ ਮੰਨ ਲਿਆ। ਕੀਤੇ ਕੋ ਮੇਰਾ ਸਮਾਨ ਹੈ, ਇੰਨਾ ਵੱਡਾ ਬਣਾ ਲਿਆ ਕਿ ਲੈ ਦਾਤ ਮਿਲ ਗਈ, ਦਾਤ ਮਿਲ ਗਈ। ਪਰ ਜਿਹੜਾ ਦਾਤ ਦੇਣ ਵਾਲਾ ਹੈ ਉਹ ਤੇ ਮਿਲੀ ਹੋਈ ਦਾਤ ਦੇ ਪਿੱਛੇ ਹੀ ਲੁਕ ਗਿਆ। ਜਿਸ ਤਰ੍ਹਾਂ ਮੇਰ ਪਰਬਤ ਦੇ ਪਿੱਛੇ ਹੀ ਲੁਕ ਜਾਂਦਾ ਕੋਈ ਵੱਡੇ ਪਰਬਤ ਦੇ ਪਿੱਛੇ। ਕੀਤੇ ਕਉ ਮੇਰਾ ਸਮਾਨ ਹੈ, ਕਰਨਹਾਰ ਤ੍ਰਿਣ ਜਾਣੈ। ਜਿਹਨੇ ਦੇਤੀ ਰੱਬ ਨੂੰ ਤੇ ਤਿਣਕਾ ਕਰਕੇ ਜਾਣ ਕੇ ਲਿਆ, ਕੋਈ ਸ਼ੁਕਰਾਨਾ ਹੀ ਨਹੀਂ ਕੀਤਾ। ਤੇ ਬਾਹਰ ਜਾ ਕੇ ਇਹੀ ਕਿਹਾ ਮੇਰਾ, ਮੈਂ ਹੀ ਮਸ਼ੱਕਤ ਕੀਤੀ, ਮੈਂ ਹੀ ਮਿਹਨਤ ਕੀਤੀ, ਮੈਂ ਹੀ ਲਿਆ। ਤੂੰ ਦਾਤਾ ਮੰਗਨ ਕਉ ਸਗਲੀ। ਪਰ ਇਹ ਵੀ ਤੇ ਸੋਚੀਏ ਕਿ ਸਗਲ ਘਟਾ ਕੇ ਅੰਤਰਜਾਮੀ ਤੁਸੀਂ
ਸਾਰੀ ਲੁਕਾਈ ਮੰਗਦੀ ਹੈ। ਦਾਨ ਦੇਹ ਪ੍ਰਭ ਭਾਨੈ, ਤੇ ਆਪਣੀ ਭਾਣੇ ਵਾਲੀ ਬਿਰਤੀ 'ਚ, ਆਪਣੀ ਪਿਆਰ ਵਾਲੀ ਬਿਰਤੀ 'ਚ ਤੁਸੀਂ ਦਾਨ ਦਿੰਦੇ ਹੋ। ਖਿਨ ਮਹਿ ਆਵਰ ਖਿਨੈ ਮਹਿ ਆਵਰਾ, ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ, ਊਚਾਓ ਅਗਮੇ ਅਪਾਰੇ। ਖਿਨ ਮਹਿ ਅਵਰ ਖਿਨੈ ਮਹਿ ਅਵਰਾ, ਕੁਛ ਨਹੀਂ ਪਤਾ ਪ੍ਰਭੂ ਜੀ ਤੁਹਾਡੇ ਚੋਜਾਂ ਦਾ, ਅਸਚਰਜਾਂ ਦਾ। ਹੁਣੇ ਕੁਛ ਹੈ ਤੇ ਹੁਣੇ ਕੁਛ ਹੋਰ ਹੋ ਜਾਏ, ਕੁਛ ਨਹੀਂ, ਇਹੀ ਹੈ ਬਸ। ਖਿਨ ਮਹਿ ਅਵਰ ਖਿਨੈ ਮਹਿ ਅਵਰਾ, ਅਚਰਜ, ਵੈਸੇ ਅਸਚਰਜ ਤੋਂ ਹੀ ਇਹ ਅਚਰਜ ਬਣਿਆ। ਅਚਰਜ ਚਲਤ ਤੁਮਾਰੇ, ਤੁਹਾਡੀ ਖੇਡ ਜਿਹੜੀ ਹੈ ਨਾ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਆਹ ਜਿਹੜੀ ਲੰਘੀ ਜਾ ਰਹੀ ਹੈ, ਲੁਕਾਈ ਵਹੀ ਜਾ ਰਹੀ ਹੈ ਸਾਰੀ, ਇਹ ਤੁਹਾਡੇ ਹੀ ਚਲਤ ਨੇ। ਰੂੜੋ ਗੂੜੋ, ਰੂੜੋ ਸੁੰਦਰ ਤੋਂ ਸੁੰਦਰ ਹੋ, ਗੂੜੋ ਗੰਭੀਰ ਤੋਂ ਗੰਭੀਰ ਹੋ, ਭਾਵ ਡੂੰਘੇ ਤੋਂ ਡੂੰਘੇ ਹੋ, ਗਹਿਰ ਗੰਭੀਰ ਹੋ। ਉੱਚੋ ਨਹੀਂ ਪੜਦਾ, ਉੱਚਾਓ। ਜਿਹੜਾ ਪਿੱਛੇ ਮਾਧਵ ਪੜਿਆ, ਉਹਦਾ ਤੋਲ ਪੂਰਾ ਕਰਨ ਲਈ ਮਹਾਰਾਜ ਜੀ ਨੇ ਉੱਚਾਓ ਵਰਤਿਆ। ਉੱਚਾਓ ਅਗਮ ਅਪਾਰੇ, ਤੁਸੀਂ ਅਗੰਮ ਗਮੇ ਨਹੀਂ ਜਾ ਸਕਦੇ, ਬਹੁਤ ਵੱਡੇ ਹੋ ਜੀ। ਸਾਧ ਸੰਗ ਜੋ ਤੁਮਹਿ ਮਿਲਾਇਓ, ਤਉ ਸੁਣੀ ਤੁਮਾਰੀ ਬਾਣੀ, ਆਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਪ੍ਰਭੂ ਜੀ ਸਾਡੇ ਵਰਗੇ ਮੈਲਿਆਂ ਨੂੰ, ਸਾਡੇ ਵਰਗੇ ਬਹੁਤ ਜ਼ਿਆਦਾ ਨੀਚ ਨੂੰ, ਕਿਉਂਕਿ ਮੈਂ ਕੀਤਾ ਨਾ ਜਾਤਾ ਹਰਾਮਖੋਰ, ਹੁਣ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਤੁਸੀਂ ਕਿਰਪਾ ਕੀਤੀ ਸਾਧ ਸੰਗ ਜਿਉ ਤੁਮਹਿ ਮਿਲਾਇਓ, ਤਾਂ ਸੁਣੀ ਤੁਮਾਰੀ ਬਾਣੀ। ਅਸੀਂ ਇੱਥੇ ਆਏ ਹਾਂ, ਮਿਲੇ ਹਾਂ, ਸੰਜੋਗ ਬਣਿਆ ਤੇਰਾ ਕੀਰਤਨ ਗਾਈ ਵਾਲਾ, ਤੇ ਤੁਹਾਡੀ ਬਾਣੀ ਸੁਣੀ। ਆਨੰਦ ਭਇਆ ਪੇਖਤ ਹੀ ਨਾਨਕ, ਇਸ ਅਸਚਰਜ ਨੂੰ ਵੇਖ ਕੇ ਸਾਡੇ ਅੰਦਰ ਆਨੰਦ ਪ੍ਰਾਪਤ ਹੋਇਆ। ਪ੍ਰਤਾਪ ਪੁਰਖ ਨਿਰਬਾਣੀ, ਤੁਸੀਂ ਨਿਰਬਾਣ ਮਾਇਆ ਤੋਂ ਨਿਰਲੇਪ ਪੁਰਖ ਹੋ। ਤੁਸੀਂ ਐਸੀ ਦਾਤ ਕਰਨ ਵਾਲੇ ਹੋ ਕਿ ਸਾਰਿਆਂ ਦੇ ਉੱਤੇ ਤੁਹਾਡਾ ਹੀ ਪ੍ਰਤਾਪ ਹੈ ਜੀ। ਸੋਰਠ ਮਹਿਲਾ ਪੰਜਵਾ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਸਤ ਸੰਗਤ ਦੀ ਉਪਮਾ ਹੈ ਜਿਨ੍ਹਾਂ ਸ਼ਬਦਾਂ ਦੇ ਵਿੱਚ, ਕਿ ਸੰਗਤ 'ਚ ਆਉਣ ਦਾ ਕੀ ਸੁਭਾਗ ਹੈ, ਕੀ ਇਹ ਸੰਜੋਗ ਹੈ। ਸੋਰਠ ਮਹੱਲਾ ਪੰਜਵਾਂ, ਹਮ ਸੰਤਨ ਕੀ ਰੇਨ ਪਿਆਰੇ, ਕਿ ਅਸੀਂ ਕੋਈ ਸੰਤ ਜਨਾਂ 'ਚ ਆ ਕੇ ਕੋਈ ਵੱਡੇ ਸੰਤ ਜਨ ਨਹੀਂ ਬਣ ਗਏ। ਅਸੀਂ ਆਏ ਇੰਨੀ ਨਿਮਰਤਾ ਨਾਲ ਕਿ ਰੇਣੂਕਾ ਬਣਨ ਆਏ ਹਾਂ, ਖਾਕ ਬਣਨ ਆਏ ਹਾਂ, ਖਾਕਸਾਰ ਹੋਣ ਆਏ ਹਾਂ, ਨੀਵੇਂ ਤੋਂ ਨੀਵੇਂ ਬਣਨ ਆਏ ਹਾਂ, ਕਿ ਅਸੀਂ ਇਹਨਾਂ ਵਰਗੇ ਨਹੀਂ ਹੈ। ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਜਨਾਂ ਦੀ ਸ਼ਰਨ ਆਏ ਹਾਂ ਅਸੀਂ। ਸੰਤ ਹਮਾਰੀ ਓਟ ਸਤਾਣੀ, ਸਤਾਣੀ, ਤਾਣ ਕਹਿੰਦੇ ਤਾਕਤ, ਤਾਕਤ ਸਮੇਤ ਸੰਤ ਜਨ ਸਾਡੀ ਓਟ ਨੇ, ਸਾਡਾ ਆਸਰਾ ਨੇ। ਇਸ ਰੂਪ ਦੇ ਵਿੱਚ ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਕੱਲੀ ਇਹ ਸਾਡੀ ਓਟ ਨਹੀਂ ਹੈ, ਓਟ ਤੇ ਲੁਕੀ ਹੁੰਦੀ ਹੈ ਨਾ, ਕਿ ਮਨ ਨੂੰ ਆਸਰਾ ਹੁੰਦਾ ਬਈ ਕਿਸੇ ਦਾ, ਅੰਦਰੋਂ ਬੰਦਾ ਬਿਲਕੁਲ ਬੇਖੌਫ ਹੋ ਜਾਂਦਾ, ਪਰ ਇਹ ਅੰਦਰੋਂ ਨਹੀਂ, ਇਹ ਬਾਹਰੋਂ ਵੀ। ਜਿਸ ਤਰ੍ਹਾਂ ਬਾਹਰ ਦੇ ਗਹਿਣੇ ਹਾਰ ਸ਼ਿੰਗਾਰ ਬਾਹਰ ਦਾ ਸ਼ਿੰਗਾਰ ਕਰਦੇ ਹੈ, ਇਸ ਤਰ੍ਹਾਂ ਬਾਹਰੀ ਰੂਪ ਤੋਂ ਵੀ ਪ੍ਰਗਟ ਪਹਾਰ ਹੈ ਜਾਪ ਦਾ, ਕਿ ਪ੍ਰਗਟ ਕਰ ਦਿੰਦਾ ਇਹ ਬੰਦਗੀ ਨੂੰ। ਇਹ ਸੰਤਾਂ ਦੀ ਸੰਗਤ ਦਾ ਗਹਿਣਾ ਵੀ ਹੈ। ਇਹ ਬਹਿਣਾ ਇੱਥੇ ਸਤਿਗੁਰ ਜੀ ਦੀ ਸ਼ੋਭਾ ਪ੍ਰਾਪਤ ਕਰਨੀ ਹੈ ਜੀ। ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਪਾਈ ਰਹਾਉ। ਹੁਣ ਜੇ ਬਣ ਗਈ ਹੈ ਸੰਤਾਂ ਨਾਲ, ਤੇ ਸਤ ਸੰਗਤ ਨੂੰ ਹੁਣ ਤੋੜਿਆ ਨਹੀਂ ਜਾ ਸਕਦਾ ਜੀ। ਹੁਣ ਤੇ ਮਹਾ ਪਾਪ ਹੋਏਗਾ ਜੇ ਸੰਗਤ ਟੁੱਟ ਜਾਏ, ਤੇ ਹੁਣ ਤੇ ਪਛਤਾਵਾ ਹੋਏਗਾ ਸਦਾ ਹੀ ਕਿ ਜੇ ਸੰਗਤ ਟੁੱਟ ਜਾਏ। ਹਮ ਸੰਤਨ ਸਿਉ ਬਣ ਆਈ, ਬਣ ਗਈ ਸਾਡੀ ਜੀ, ਪਤ ਰਹਿ ਗਈ। ਪੂਰਬ ਲਿਖਿਆ ਪਾਈ, ਫਿਰ ਇਹ ਇਸ ਜਨਮ ਦਾ ਨਹੀਂ ਸੀ, ਪੁਰਬਲੇ ਜਨਮਾਂ ਦਾ ਲਿਖਿਆ ਲੇਖਾ ਜੋਖਾ ਸੀ, ਉਹ ਹੁਣ ਪ੍ਰਗਟ ਹੋ ਗਿਆ, ਇਹ ਅੰਕੁਰ ਪ੍ਰਗਟ ਹੋ ਗਿਆ। ਇਹ ਮਨ ਤੇਰਾ ਭਾਈ, ਹੁਣ ਇਹ ਵਾਲਾ ਮਨ ਪ੍ਰਭੂ ਦਾ ਹੋ ਕੇ ਰਹਿ ਗਿਆ ਜੀ। ਰਹਾਉ ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਪਰੇ ਭੰਡਾਰਾ। ਸੰਤਨ ਸਿਉ ਮੇਰੀ ਲੇਵਾ ਦੇਵੀ, ਅਵਗੁਣ ਦੇ ਦੇਣੇ ਆ ਤੇ ਗੁਣ ਲੈ ਲੈਣੇ ਆ।
ਇਹ ਵਾਲੀ ਲੇਵਾ ਦੇਵੀ ਹੈ ਜੀ। ਸੰਤਨ ਸਿਉ ਵਿਵਹਾਰਾ, ਨਾਮ ਦਾ ਵਿਵਹਾਰ ਕੀਤਾ ਜੀ। ਇੱਥੇ ਆ ਕੇ ਵਣਜ ਕੀਤਾ, ਸੰਤਨ ਸਿਉ ਹਮ ਲਾਹਾ ਖਾਟਿਆ। ਜਿਹੜਾ ਲਾਹਾ ਨਾਮ ਬੰਦਗੀ ਦਾ ਸਤਸੰਗਤ ਦੇ ਵਿੱਚ ਮਿਲਿਆ, ਹਰ ਭਗਤ ਭਰੇ ਭੰਡਾਰਾ, ਉਹਨੂੰ ਗੁਰਬਾਣੀ ਲਾਲ ਮਿਲ ਗਏ। ਭਗਤ ਭੰਡਾਰ ਗੁਰਬਾਣੀ ਲਾਲ ਸੰਗਤ ਦੇ ਵਿੱਚ ਬੈਠ ਕੇ ਗਾਵਤ ਸੁਣਤ ਕਮਾਵਤ ਨਿਹਾਲ, ਉਹ ਸਿੱਖ ਨਿਹਾਲ ਹੋਇਆ ਜੀ। ਸੰਤਨ ਮੋ ਕਉ ਪੂੰਜੀ ਸੌਂਪੀ, ਤਉ ਉਤਰਿਆ ਮਨ ਕਾ ਧੋਖਾ। ਧਰਮ ਰਾਏ ਅਬ ਕਹਾ ਕਰੇ ਗੋ, ਜੋ ਫਾਟਿਓ ਸਗਲੋ ਲੇਖਾ। ਮਹਾਰਾਜ ਜੀ ਨੇ ਐਸੇ ਨਾਮ ਦੀ ਪੂੰਜੀ ਦੇ ਦਿੱਤੀ, ਸਿਦਕ ਸਬੂਰੀ ਸਾਦਿਕਾਂ ਸਬਰ ਤੋਸਾਂ ਮਲਾਇਕਾਂ। ਤੋਸਾਂ ਜਿਹੜਾ ਆ ਖਜ਼ਾਨਾ ਮਿਲ ਗਿਆ ਨਾ ਬੰਦਗੀ ਦਾ, ਇਹਨੇ ਸਾਨੂੰ ਜਿਨ ਮਾਨਸ ਤੇ ਦੇਵਤੇ ਕੀ, ਮਲਾਇਕਾਂ ਕਹਿੰਦੇ ਦੇਵਤੇ ਬਣਾ ਦਿੱਤਾ। ਇੰਨਾ ਕੁ ਭੰਡਾਰਾ ਭਰ ਗਿਆ। ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ। ਮਨ ਦਾ ਧੋਖਾ ਉਤਰ ਗਿਆ, ਸੱਚ ਪ੍ਰਗਟ ਹੋ ਗਿਆ। ਧੋਖਾ ਹੀ ਹੈ ਸੰਸਾਰ ਜੀ ਸਾਰਾ। ਭਾਈ ਸਾਹਿਬ ਗਾ ਕੇ ਗਏ ਨੇ, ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ, ਇਹ ਧੋਖਾ ਉਤਰ ਗਿਆ। ਧਰਮ ਰਾਏ ਅਬ ਕਹਾ ਕਰੈਗੋ, ਹੁਣ ਧਰਮ ਰਾਏ ਕੀ ਵਿਗਾੜ ਸਕਦਾ। ਜੋ ਫਾਟਿਓ ਸਗਲੋ ਲੇਖਾ, ਗੁਰੂ ਨਾਨਕ ਸਾਹਿਬ ਨੇ ਸਾਰੇ ਲੇਖੇ ਮਿਟਾ ਦਿੱਤੇ ਜੀ। ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ। ਕਹੋ ਨਾਨਕ ਹਰਿ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਕਹੋ ਨਾਨਕ ਹਰਿ ਸਿਉ ਮਨ ਮਾਨਿਆ, ਪ੍ਰਭੂ ਦੇ ਸ਼ਬਦ ਨਾਲ ਮਨ ਮੰਨ ਗਿਆ। ਰੰਗ ਰਤੇ ਬਿਸਮਾਦੇ, ਪਰ ਕਿਸ ਰੂਪ ਦੇ ਵਿੱਚ, ਕਿਹਨੂੰ ਪਤਾ ਲੱਗਿਆ? ਉਹਨੂੰ ਪਤਾ ਲੱਗਿਆ ਜਿਹਨੂੰ ਇਸ ਬਾਣੀ ਨੂੰ ਜਪ ਕੇ ਮਹਾ ਆਨੰਦ ਭਏ ਸੁਖ ਪਾਇਆ। ਉਹਨੂੰ ਪੁੱਛੋ ਕਿਹੜੇ ਸੁਖ ਮਿਲੇ? ਉਹਨੂੰ ਸੁਖ ਮਿਲ ਗਏ। ਕਹਿੰਦੇ ਸੰਤਨ ਕੈ ਪ੍ਰਸਾਦ ਹੈ, ਸੰਗਤ ਦੇ ਵਿੱਚ ਬੈਠ ਕੇ ਸੰਤਨ ਕੈ ਪ੍ਰਸਾਦ, ਇਸੀ ਕਿਰਪਾ ਦੇ ਵਿੱਚ ਤੇ ਉਹਦਾ ਮਨ ਮੰਨ ਗਿਆ, ਤੇ ਮਨ ਦੇ ਵਿੱਚ ਪ੍ਰਭੂ ਦਾ ਰੰਗ ਰਗਿਆ। ਤੇ ਵਿਸਮਾਦੇ ਭਾਵ ਵਿਸਮਾਦ ਨਾਦ, ਵਿਸਮਾਦ ਭੇਦ, ਵਿਸਮਾਤ ਜੀ, ਕਿ ਸਾਰਾ ਕੁਝ ਜਿੰਨਾ ਕੁਝ ਬਣਿਆ ਹੋਇਆ ਇਸ ਧਰਤੀ ਦੇ ਉੱਤੇ, ਉਹ ਹੁਣ ਆਨੰਦ ਦੇਣ ਵਾਲਾ ਹੈ। ਉਹ ਹੁਣ ਕੂੜ ਨਹੀਂ ਦਿਸਦਾ, ਉਹ ਫਿਰ ਸਾਰਿਆਂ ਦੇ ਵਿੱਚ ਆਨੰਦਮਈ ਅਵਸਥਾ ਇਹ ਸ਼ਬਦ ਦੇਣ ਵਾਲਾ ਹੈ ਜੀ। ਸੋਰਠ ਮਹਿਲਾ ਪੰਜਵਾ, ਜੇਤੀ ਸਮਗਰੀ ਦੇਖੋ ਰੇ ਨਰ, ਤੇਤੀ ਹੀ ਛੱਡ ਜਾਨੀ। RAM ਨਾਮ ਸੰਗ ਕਰ ਵਿਵਹਾਰਾ, ਪਾਵਹਿ ਪਦ ਨਿਰਬਾਣੀ। ਕਿਆ ਮੰਗੂ ਕਿਛ ਥਿਰ ਨਾ ਰਹੇ, ਜੋ ਵੀ ਮੰਗਦਾ ਸਭ ਛੱਡਣ ਵਾਲੀ ਹੈ, ਥਿਰ ਰਹਿਣ ਵਾਲੀ ਨਹੀਂ ਹੈ। ਬਸ ਆ 5 ਮਿੰਟ 2-4 ਮਿੰਟ ਹੋਰ। ਸੋਰਠ ਮਹੱਲਾ ਪੰਜਵਾਂ, ਜੇਤੀ ਸਮਗਰੀ ਦੇਖੋ ਰੇ ਨਰ, ਤੇਤੀ ਹੀ ਛੱਡ ਜਾਣੀ। ਸਾਰੀ ਸਮਗਰੀ ਛੱਡ ਕੇ ਜਾਣੀ। RAM ਨਾਮ ਸੰਗ ਕਰੋ ਵਿਵਹਾਰਾ, ਜਿਹੜੀ ਨਾਲ ਜਾਣ ਵਾਲੀ ਹੈ ਉਹ ਪ੍ਰਭੂ ਦਾ ਨਾਮ ਹੈ। ਪਾਵਹਿ ਪਦ ਨਿਰਬਾਣੀ, ਐਸੀ ਅਵਸਥਾ ਮਿਲੇਗੀ ਜਿਹੜਾ ਇੱਥੇ ਵੀ ਸੁਖ ਤੇ ਗਾਂ ਬਾਅਦ 'ਚ ਵੀ ਸੁਖ ਹੈ ਜੀ। ਪਿਆਰੇ ਤੂੰ ਮੇਰੋ ਸੁਖ ਦਾਤਾ, ਗੁਰਪੂਰੈ ਦੀਆ ਉਪਦੇਸ਼ਾ। ਤੁਮ ਹੀ ਸੰਗ ਪਰਾਤਾ ਰਹਾਉ। हे ਪ੍ਰਭੂ, ਤੁਸੀਂ ਹੀ ਸੁੱਖਾਂ ਦੇ ਦਾਤੇ ਹੋ, ਹੋਰ ਕੋਈ ਸੁੱਖ ਨਹੀਂ ਦੇ ਸਕਦਾ। ਤੂੰ ਮੇਰੋ ਸੁਖ ਦਾਤਾ, ਗੁਰਪੂਰੈ ਦੀਆ ਉਪਦੇਸ਼ਾ, ਜਿਹੜਾ ਉਪਦੇਸ਼ ਤੁਸੀਂ ਸ਼ਬਦ ਦਾ ਦਿੱਤਾ ਹੈ ਨਾ, ਤੁਮ ਹੀ ਸੰਗ ਪਰਾਤਾ। ਤੇ ਇਸ ਉਪਦੇਸ਼ ਦੇ ਵਿੱਚ ਮੇਰਾ ਮਨ ਤੁਹਾਡੇ ਨਾਲ ਮੰਨ ਗਿਆ। ਬਾਕੀ ਦੁਨੀਆ ਦੀ ਬੜੀ ਗੱਲਾਂ ਚਾਰ ਸੀ, ਸੁਣੀਆਂ ਤੇ ਬਹੁਤ ਸਨ, ਪਰ ਮਨ ਨਹੀਂ ਪਰਚਿਆ ਗਿਆ। ਪਰ ਤੁਹਾਡੇ ਸ਼ਬਦ ਦੇ ਵਿੱਚ ਉਪਦੇਸ਼ ਮਨ ਮੇਰਾ ਪਰਾਤਾ ਰਜਿਆ ਗਿਆ ਜੀ। ਰਹਾਓ ਕਾਮ ਕ੍ਰੋਧ ਲੋਭ ਮੋਹ ਅਭਿਮਾਨਾ, ਤਾ ਮੈਂ ਸੁਖ ਨਹੀਂ ਪਾਈਐ। ਹੋ ਰੇਨ ਤੂੰ ਸਗਲ ਕੀ ਮੇਰੇ ਮਨ, ਤਉ ਆਨੰਦ ਮੰਗਲ ਸੁਖ ਪਾਈਐ। ਕਾਮ ਕ੍ਰੋਧ ਲੋਭ ਮੋਹ ਅਭਿਮਾਨਾ, ਤਾਂ ਮੈਂ ਸੁਖ ਨਹੀਂ ਪਾਈਐ। ਕਲਯੁਗ ਪੰਡਿਤ ਨੇ ਇਹੀ ਕਿਹਾ ਸੀ। ਕਲਯੁਗੀ ਪੰਡਿਤ ਮਹਾਰਾਜ ਜੀ ਜਗਨਨਾਥਪੁਰੀ ਬੈਠੇ ਨੇ, ਕੌਤਕ ਦਿਖਾ ਚੁੱਕਿਆ, ਬੜੀ ਤਰ੍ਹਾਂ ਦੀਆਂ ਆਰਤੀਆਂ, ਸਭ ਕੁਝ, ਸਾਰਾ ਖਜ਼ਾਨਾ ਬਾਹਰ ਸਾਹਮਣੇ ਰੱਖ ਦਿੱਤਾ। ਮਹਾਰਾਜ ਜੀ ਕਹਿੰਦੇ ਇਹ ਜਿਹੜਾ ਤੂੰ ਖਜ਼ਾਨਾ ਰੱਖਿਆ ਨਾ, ਦੌਲਤ ਰੱਖੀ ਹੈ, ਅਸੀਂ ਪੜ੍ਹਿਆ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵੇ। ਕਹਿੰਦੇ ਇਹਨੇ ਤੈਨੂੰ ਵਿਕਾਰਾਂ ਤੋਂ ਬਚਾ ਲਿਆ? ਕਹਿੰਦਾ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਸਾਡੇ ਕਿਸ ਕੰਮ ਦੀਆਂ ਇਹ ਚੀਜ਼ਾਂ?
ਇਹ ਵੀ ਵਿਕਾਰ ਪੈਦਾ ਕਰਨਗੀਆਂ। ਸੱਚੀ ਮੁੱਚੀ ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਜਿੰਨਾ ਵਧੇ ਨਾ, ਜਿੰਨਾ ਵਧੇ ਉਨੀ ਬੰਦਗੀ ਵਧਾਓ, ਨਹੀਂ ਤੇ ਫਿਰ ਆ ਲੈ ਬੈਠੇਗਾ। ਸੱਚੀ ਗੱਲ। ਤਾਂ ਮੈਂ ਸੁਖ ਨਹੀਂ ਪਾਈ ਹੈ, ਇਹਦੇ 'ਚ ਸੁਖ ਨਹੀਂ। ਹੋ ਰੇਨ ਤਾਂ ਤੂੰ ਸਗਲ, ਕਹਿੰਦੇ ਸਗਲ ਕੀ, ਕਹਿੰਦੇ ਸਾਰਿਆਂ ਦੀ ਸਤਸੰਗਾਂ ਦੀ ਰੇਣਕਾ ਹੋ ਜਾ। ਮੇਰੇ ਮਨ ਤੋਂ ਆਨੰਦ ਮੰਗਲ ਸੁਖ ਪਾਈ ਹੈ। ਮੇਰੇ ਮਨ ਜੇ ਆਨੰਦ ਲੋਚਣਾ ਹੈ ਤੇ ਭਾਈ ਸੰਗਤ ਦਾ ਨਾਗਾ ਨਾ ਕਰੋ। ਸੰਗਤ 'ਚ ਆ ਕੇ ਸਾਧ ਸੰਗਤ ਦੀ ਰੇਣਕਾ ਹੋਵੋ ਤੇ ਆਨੰਦ ਪ੍ਰਾਪਤ ਹੋਏਗਾ ਜੀ। ਕਾਲ ਨਾ ਪਾਨੈ ਅੰਤਰ ਬਿਧ ਜਾਣੈ, ਤਾਕੀ ਕਰ ਮਨ ਸੇਵਾ। ਕਰ ਪੂਜਾ ਹੋਮ ਇਹ ਮਨੁਆ, ਅਕਾਲ ਮੂਰਤ ਗੁਰਦੇਵਾ। ਸਤਿਗੁਰ ਜੀ ਇਹ ਬਚਨ ਕਰਦੇ, ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ। ਉਹਨਾਂ ਵਿੱਚ ਤਿਲ ਦਾ ਮਾਣ ਹੈ, ਪਰ ਇੱਥੇ ਤਿਲ ਜਿੱਡੀ ਵੀ ਕੀਤੀ ਹੋਈ ਸਿਮਰਨ ਬੰਦਗੀ ਪ੍ਰਭੂ ਦਾ ਚੇਤਾ ਘਾਲ ਨਾ ਭਾਨੈ, ਉਹ ਨਸ਼ਟ ਨਹੀਂ ਹੋਏਗੀ ਜੀ। ਤਿਲ ਜਿੱਡੀ ਵੀ ਨਾਲ ਰਹੇਗੀ। ਅੰਤਰ ਬਿਦ ਜਾਣੈ, ਪ੍ਰਭੂ ਜਾਣਦਾ ਅੰਦਰ ਦੀ। ਤਾਕੀ ਕਰ ਮਨ ਸੇਵਾ, ਉਸ ਪ੍ਰਭੂ ਦੀ ਸੇਵਾ ਕਰ। ਕਰ ਪੂਜਾ ਹੋਮ ਇਹ ਮਨੁਆ। ਵੈਸੇ ਹੋਮ ਯੱਗ ਦਾ ਵੀ ਜ਼ਿਕਰ ਆਇਆ ਹੋਇਆ ਇਹਦੇ ਬਾਬਤ। ਕਹਿੰਦੇ ਤੂੰ ਪ੍ਰਭੂ ਦੀ ਸੇਵਾ ਕਰ, ਇਹਦੇ ਵਿੱਚ ਸਾਰੀਆਂ ਬੰਦਗੀਆਂ ਨੇ, ਹਰ ਤਰ੍ਹਾਂ ਦੀ ਪੂਜਾ ਇਹਦੇ ਵਿੱਚ ਹੈ। ਕਰ ਪੂਜਾ ਹੋਮ ਇਹ ਮਨੁਆ, ਅਕਾਲ ਮੂਰਤ ਗੁਰਦੇਵਾ। ਜਿਹੜਾ ਅਕਾਲ ਮੂਰਤ ਹੈ, ਅਕਾਲ ਕਾਲ ਤੋਂ ਮੁਕਤ ਕਰਨ ਵਾਲਾ ਹੈ, ਐਸਾ ਗੁਰ ਜੈਸਾ ਨਾਹੀ ਕੋ ਦੇਵ। ਉਹ ਗੁਰਦੇਵ ਦੀ ਤੂੰ ਸੇਵਾ ਕਰ ਜੀ। ਗੋਬਿੰਦ ਦਾਮੋਦਰ ਦਇਆਲ ਮਾਧਵੇ, ਪਾਰ ਬ੍ਰਹਮ ਨਿਰੰਕਾਰ। ਨਾਮ ਵਰਤਣ ਨਾਮੋ ਵਾਲੇਵਾ, ਨਾਮ ਨਾਨਕ ਪ੍ਰਾਣੇ ਆਧਾਰਾ। ਬੜੇ ਨਾਮਾਂ ਦਾ ਜ਼ਿਕਰ ਕੀਤਾ ਜੀ ਜਿਹੜੇ ਪ੍ਰਚਲਿਤ ਸਨ। ਗੋਬਿੰਦ ਦਾਮੋਦਰ ਦਇਆਲ ਮਾਧਵੇ ਪਾਰ ਬ੍ਰਹਮ ਨਿਰੰਕਾਰਾ। ਕਿੰਨੇ ਕੁ ਨਾਮ ਨੇ ਪ੍ਰਭੂ ਦੇ, ਸਾਰਿਆਂ ਦਾ ਜ਼ਿਕਰ ਕਰਕੇ ਕਹਿੰਦੇ ਇਹ ਜਿਸ ਤਰ੍ਹਾਂ ਦੇ ਨੇ ਉਸ ਤਰ੍ਹਾਂ ਦੇ ਬਣ ਜਾਓ। ਜੇ ਪ੍ਰਭੂ ਨੂੰ ਅਸੀਂ ਗੋਬਿੰਦ ਕਹਿੰਦੇ ਹਾਂ ਤੇ ਸਿੱਖ ਵੀ ਇਸ ਰੂਪ 'ਚ ਹੋ ਜਾਏ, ਧਰਤੀ ਦਾ ਵੀ ਮਾਲਕ ਬਣ ਜਾਏ। ਦੇ ਅਸੀਂ ਦਾਮੋਦਰ ਕਹਿੰਦੇ ਹਾਂ, ਦਇਆਲ ਕਹਿੰਦੇ ਹਾਂ, ਮਾਧਵੇ ਕਹਿੰਦੇ ਆ, ਤੇ ਅੰਦਰ ਇਹੋ ਜਿਹੀ ਬਿਰਤੀ ਹੋ ਜੇ ਪ੍ਰਗਟ, ਇਹਨਾਂ ਵਿਸ਼ਾਲਤਾ ਹੋ ਜਾਏ। ਨਾਮ ਵਰਤਣ, ਨਾਮ ਹੀ ਵਰਤਨ ਵਿਹਾਰ ਹੋਏ। ਨਾਮੋ ਵਾ ਲੇਵਾ, ਨਾਮ ਨਾਲ ਹੀ ਸਾਡਾ ਲੇਵਾ ਦੇਵੀ ਹੋਏ। ਨਾਮ ਨਾਨਕ ਪ੍ਰਾਨ ਆਧਾਰਾ, ਤੇ ਸਾਡੇ ਪ੍ਰਾਣਾਂ ਦਾ ਆਧਾਰ ਸਿਰਫ ਪ੍ਰਭੂ ਦਾ ਸ਼ਬਦ ਤੇ ਨਾਮ ਹੀ ਰਹੇ ਜੀ। ਇਹ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਆਪ ਬਖਸ਼ ਦੇਣਾ ਜੀ। ਸਮੁੱਚੇ ਤੌਰ ਤੇ ਸਾਰਿਆਂ ਦਾ ਧੰਨਵਾਦ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।